मैं कहना हुन्ना भी तुसी बच्चे नूं कहंदे हो जी मैथ की कोई भी प्रॉब्लम लियाओ मैं सॉल्व कर दूंगा। अरे भाई प्रॉब्लम का क्या मतलब हुंदा? प्रॉब्लम क्रिएटर थोड़ा मैथ जी। मैथ ਦਾ ਸੋਲੂਸ਼ਨ ਦੇਣ ਵਾਲਾ ਹੈ। ਜਿੱਥੇ ਤੁਹਾਡਾ ਕੁਝ ਵੀ ਹੱਲ ਨਹੀਂ ਹੁੰਦਾ ਮੈਥ ਲਿਆਓ ਤੁਹਾਡਾ ਹੱਲ ਹੋ ਜਾਂਦਾ। ਕਿ ਮੈਂ ਇੱਕ ਪਾਸਵਰਡ ਤਿਆਰ ਕੀਤਾ। ਇਹ ਪਾਸਵਰਡ ਹੈ, ਮੈਂ ਦਰਸ਼ਕਾਂ ਨੂੰ ਦਿਖਾ ਵੀ ਦੇਵਾਂ ਜੀ। ਇਹ ਸਿਰਫ ਪਾਸਵਰਡ ਯਾਦ ਰੱਖਣਾ। ਬੱਚੇ ਨੇ 8 ਦਾ ਪਹਾੜਾ ਤਿਆਰ ਹੋ ਗਿਆ। ਹੁਣ ਤੁਹਾਨੂੰ ਇੱਥੋਂ ਇਹ ਨਹੀਂ ਪਤਾ ਲੱਗੇਗਾ ਵੀ 8 ਦਾ ਪਹਾੜਾ ਹੈ। ਇਹਦੇ ਅੱਗੇ 0 1 2 3 4 4 ਤੇ ਰੁਕ ਕੇ 4 ਤੋਂ ਸ਼ੁਰੂ ਕਰ ਲਓ। 4 5 6 7 ਤੇ 8 ਲਓ ਜੀ। ਲਓ ਤੁਸੀਂ ਚੈੱਕ ਕਰ ਲਓ। ਸੱਚੀ ਮੁੱਚੀ ਇਹ ਤਾਂ ਬੜਾ ਸੌਖਾ ਤਰੀਕਾ ਹੋ ਗਿਆ। ਵਿਦਿਆਰਥੀ ਦੀ ਤਾਂ ਜਿਗਿਆਸਾ ਪੈਦਾ ਹੋ ਗਈ ਜੀ ਕਿ ਸਰ ਤੁਸੀਂ ਪਾਸਵਰਡ ਕਿੱਥੋਂ ਲੱਭਿਆ? ਸਾਡੀ ਜ਼ਿੰਦਗੀ ਦਾ ਜੇ ਕੋਈ ਆਧਾਰ ਹੈ ਤਾਂ ਮੈਥਮੈਟਿਕਸ। ਅੱਛਾ ਜੀ। ਕੋਈ ਚੀਜ਼ ਦੁਨੀਆ ਦੀ ਕੋਈ ਚੀਜ਼ ਦਾ ਨਾਮ ਲਓ ਜੋਗੀ ਜੀ, ਉਸ 'ਚ ਮੈਥਮੈਟਿਕਸ ਹੋਏਗਾ, ਨਜ਼ਰ ਆਏਗਾ ਤੁਹਾਨੂੰ। ਮੰਨ ਲਓ ਗੁਲਾਬ ਦਾ ਫੁੱਲ ਆ, ਗੁਲਾਬ ਦਾ ਫੁੱਲ ਹੈ, ਉਹਦੇ 'ਚ ਪੱਤੀਆਂ, ਉਹਦੇ ਵਿੱਚ ਜਿਹੜੀਆਂ ਪੱਤੀਆਂ ਦਾ ਸੀਕੁਐਂਸ ਫਿਬੋਨਿਕੀ ਨੇ ਦੱਸਿਆ। ਬਿਲਕੁਲ। ਉਹ ਕਹਿੰਦਾ ਜੀ ਇੱਕ ਪੱਤੀ ਨਿਕਲੀ ਹੈ, ਫਿਰ ਇੱਕ ਤੋਂ ਬਾਅਦ 3 ਨਿਕਲਣਗੀਆਂ, ਫਿਰ 5 ਬਣਨਗੀਆਂ, ਫਿਰ 8 ਬਣਨਗੀਆਂ, ਫਿਰ ਤੁਹਾਡਾ ਫੁੱਲ ਪੂਰਾ ਹੋਣਾ। ਬੱਚਾ ਪਾਣੀ ਦਾ ਫਾਰਮੂਲਾ ਤਾਂ ਰੱਟ ਲੈਂਦਾ H2O, ਪਰ ਪਸੀਨੇ ਦਾ ਨਹੀਂ ਦੱਸ ਸਕਦਾ। ਉਹ ਭਾਈ ਪਸੀਨਾ ਵੀ ਪਾਣੀ ਹੋਇਆ, ਉਹਦਾ ਫਾਰਮੂਲਾ ਵੀ H2O ਹੈ ਵਿਦ ਸਾਲਟਸ ਹੈ। ਉਹਦੇ 'ਚ ਲੂਣ ਘੁਲੇ ਹੋਏ ਆ, ਬਸ ਹੋਰ ਤਾਂ ਕੁਝ ਨਹੀਂ ਹੈਗਾ। ਹੁਣ ਉਹ ਜਿਹੜੇ ਲੂਣ ਘੁਲੇ ਹੋਏ ਆ ਉਹ ਇੱਕ ਤਰ੍ਹਾਂ ਦਾ ਸਾਡੇ ਲਈ ਇਸ ਦਾ ਸਰਕਟ ਕੰਪਲੀਟ ਕਰਨ ਦਾ ਕੰਮ ਕਰਦੇ ਆ। ਤੇ ਇਹ ਬੱਲਬ ਹੈ ਜਿਹੜਾ ਸਾਡੀ ਬੋਡੀ ਦੇ ਨਾਲ ਟੱਚ ਕਰਦੀ ਗਲੋ। ਜੇ ਇਹਨੂੰ ਤੁਸੀਂ ਕਿਤੇ ਲਗਾਓਗੇ ਨਾ ਹੋਲਡਰ ਦੇ ਵਿੱਚ, ਉੱਥੇ ਜਗੂਗਾ। ਅੱਛਾ। ਤੇ ਇਹੀ ਬੱਲਬ ਮੇਰੇ ਮੱਥੇ ਤੇ ਲਾ ਕੇ ਮੇਰੇ ਇਹਦੇ ਨਾਲ ਲਾ ਕੇ ਜਗ ਰਿਹਾ। ਤੇ ਤੁਸੀਂ ਹੁਣ ਕਿਤੇ ਮੇਰੇ ਪੈਰੀ ਨਾ ਪੈ ਜਾਓ ਬਾਬਾ ਜੀ ਬਹੁਤ ਪਹੁੰਚੇ ਹੋਏ। ਮੈਂ ਤਾਂ ਆਪੇ ਪੁੱਛਿਆ ਕੋਈ ਲੈਣ ਨੂੰ ਫਿਰਦਾ ਸੀਗਾ। ਵਿਗਿਆਨੀ ਨੇ ਸਾਡੇ ਨਿਊਟਨ ਨੇ ਦੱਸਿਆ, ਜਿਹਨੇ ਨਿਊਟਨ ਡਿਸਕ ਬਣਾਈ ਸੀ, ਉਹ ਵਿਅਕਤੀ ਜਿਹੜੇ ਸਾਡੇ ਵਰਗੇ ਸੀ ਉਹਨਾਂ ਨੂੰ ਪ੍ਰਕਾਸ਼ ਦੇ ਵਿੱਚ 7 ਰੰਗ ਦਿਸ ਗਏ, ਸਾਨੂੰ ਨਹੀਂ ਦਿਸਦੇ। ਨਹੀਂ ਦਿਸਦੇ। ਉਹ ਸਾਡੇ ਲਈ ਸਮਾਨ ਬਣਾ ਕੇ ਚਲੇ ਗਏ ਤੇ ਅਸੀਂ ਉਹਨਾਂ ਦਾ ਸਮਾਨ ਵਰਤ ਕੇ ਵੀ ਨਹੀਂ ਸਿੱਖ ਸਕਦੇ। ਵਾਇਲਟ ਤੋਂ ਸ਼ੁਰੂ ਕਰਦਾ ਹੈ। ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਤੇ ਰੈੱਡ। ਇਹ 7 ਰੰਗ, ਇਹ 7 ਰੰਗ ਇਸ ਡਿਸਕ ਤੇ ਲਗਾ ਦਿੰਦਾ ਤੇ ਕਹਿੰਦਾ ਵੀ ਇਹਨੂੰ ਤੇਜ਼ ਤੇਜ਼ ਘੁਮਾਓ। ਲੋ ਜੋਗੀ ਜੀ ਦੇਖੋ, ਇਹ ਤਾਂ ਵਾਈਟ ਹੋ ਗਿਆ। ਵੀ ਇਹ ਇੱਕ ਨਿਊਕਲੀਅਸ ਹੈ ਤੇ ਇਹਦੇ ਆਲੇ ਦੁਆਲੇ ਜਿਹੜੇ ਇਲੈਕਟ੍ਰੋਨ ਹੈ। ਤੇ ਜਿਹੜੇ ਕਹਿੰਦੇ ਆ ਨਾ ਜੀ ਧਰਮ ਤੇ ਵਿਗਿਆਨ ਦੋ ਵੱਖਰੀਆਂ ਵੱਖਰੀਆਂ ਪੈਰਲਲ ਲਾਈਨ ਹੈ, ਉਹ ਮੈਂ ਕਹਿੰਦਾ ਹੁੰਨਾ ਤੁਸੀਂ ਪੜ੍ਹ ਕੇ ਤਾਂ ਦੇਖੋ। ਇਹ ਕੀ ਹੈ ਜੀ, ਇਹ ਕੀ ਹੈ ਉਹ, ਇਹ ਕੀ ਹੈ ਡੀ, ਗੋਡ। ਇਹ ਜਨਰੇਟਰ ਹੈ, ਓਪਰੇਟਰ ਹੈ, ਡਿਸਟਰੋਇਰ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ ਉਹ ਵਿਖ ਹੈ, ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਣ। ਬਸ ਇਸ ਵਡਾਣ ਨੂੰ ਹੀ ਜਿਹੜੀ ਸਾਡੀ ਵਿਗਿਆਨ ਹੈ ਉਹ ਲੱਭਦਾ ਫਿਰਦਾ ਵੀ ਜੇ ਕਿਸੇ ਨੇ ਭਗਵਾਨ ਦੇ ਦਰਸ਼ਨ ਕਰਨੇ ਆ ਤਾਂ ਆ ਜਾ ਕਰੋ ਮੇਰੇ ਕੋਲ। ਅਸੀਂ ਕੋਈ, ਕਿਉਂਕਿ ਅਸੀਂ ਵਿਗਿਆਨੀ ਹੁੰਦੇ ਹਾਂ, ਅਸੀਂ ਕੋਈ ਪਖੰਡ ਨਹੀਂ ਕਰਦੇ ਹਾਂ, ਅਸੀਂ ਸੱਚਾਈ ਦੱਸਦੇ ਹਾਂ ਔਰ ਤੁਹਾਨੂੰ ਕਰਕੇ ਦਿਖਾਉਂਦੇ ਹਾਂ। ਤੁਹਾਡਾ ਮਨ ਮੰਨੇ ਤਾਂ ਦੇਖ ਲਿਓ। ਅਸੀਂ ਪ੍ਰਤੱਖ ਕਹਿੰਦੇ ਹਾਂ ਵੀ ਤੁਹਾਨੂੰ ਭਗਵਾਨ ਦਿਖਾ ਦਿੰਦੇ ਹਾਂ। ਤੁਸੀਂ ਭਗਵਾਨ ਕਿਹਨੂੰ ਸਮਝਦੇ ਹੋ ਸਾਨੂੰ ਇਹ ਨਹੀਂ ਪਤਾ ਹੈ, ਪਰ ਜਿਸ ਨੂੰ ਅਸੀਂ ਭਗਵਾਨ ਸਮਝਦੇ ਹਾਂ, ਜੇ ਤੁਸੀਂ ਕਿਤੇ ਉਸ ਨੂੰ ਭਗਵਾਨ ਸਮਝ ਲਿਆ ਤਾਂ ਤੁਹਾਡੀ ਜ਼ਿੰਦਗੀ ਸਫਲ ਹੋ ਜੂਗੀ। ਇਹ ਆ ਲਓ ਜੀ, ਇਹ ਹੈ ਜੀ ਸਾਡਾ ਭਗਵਾਨ। ਲੋ ਕਰੋ ਦਰਸ਼ਨ, ਫਿਰ ਮੈਂ ਦਰਸ਼ਕਾਂ ਨੂੰ ਵੀ ਕਰਾ ਦਾਂ। ਕਰਾਓ, ਦੱਸੋ ਭਗਵਾਨ ਹੈ ਕੋਈ ਹੋਰ ਹੈ? ਇਹ ਮੁੜ ਗਈ ਨਾ। ਤੇ ਪਾਣੀ ਦੀ ਕਰਾਮਾਤ ਇਹ ਹੈ ਵੀ ਇਹ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਮੋੜ ਦਿੰਦਾ। ਆਹ ਦੇਖੋ, ਇੱਕ ਜਗ੍ਹਾ ਤੋਂ ਬੈਠੀ ਦੂਜੀ ਜਗ੍ਹਾ ਤੱਕ ਸਾਡਾ ਸੰਦੇਸ਼ ਪਹੁੰਚਾਉਣ ਦੇ ਲਈ ਆਹ ਲਾਈਟ ਜ਼ਿੰਮੇਵਾਰ ਹੈ ਤੇ ਆਹ ਜਿਹੜਾ ਆਪਟੀਕਲ ਫਾਈਬਰ ਹੈ ਨਰਿੰਦਰ ਸਿੰਘ ਕਪਿਆਨੀ ਜਿਹੜੇ ਇਹਦੇ ਕਰਤਾ ਧਰਤਾ। ਸਤਿ ਸ਼੍ਰੀ ਅਕਾਲ, ਇਹ ਹੈ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਚਰਨਜੀਤ ਜੋਗੀ। ਜ਼ਿੰਦਗੀ ਜਿਹੜੀ ਹੈ ਇਹ ਸਾਡੇ ਹਨੇਰੇ ਦੇ ਵਿੱਚੋਂ ਨਿਕਲੀ ਹੋਈ ਹੈ। ਹਨੇਰਾ ਸੀ, ਹਨੇਰੀ ਗੁਫਾ ਦੇ ਵਿੱਚੋਂ ਬਾਹਰ ਨਿਕਲੇ ਤਾਂ ਉਸ ਗੁਫਾ ਦੇ ਵਿੱਚੋਂ ਬਾਹਰ ਨਿਕਲਦੇ ਸਾਨੂੰ ਚਾਨਣ ਮਿਲਿਆ। ਪਰ ਕੀ ਸਾਨੂੰ ਅਸਲ ਦੇ ਵਿੱਚ ਚਾਨਣ ਮਿਲਿਆ ਕਿ ਅਸੀਂ ਚਾਨਣਮਈ ਹੋ ਗਏ? ਵਿਗਿਆਨ ਆਇਆ ਸਾਡੇ ਕੋਲ, ਵਿਗਿਆਨ ਨੇ ਸਾਨੂੰ ਚਾਨਣਮਈ ਕਰਨ ਦਾ ਬਹੁਤ ਵੱਡਾ ਯਤਨ ਕੀਤਾ, ਪਰ ਵਿਗਿਆਨ ਤੋਂ ਤਾਂ ਅਸੀਂ ਸਾਰੀ ਉਮਰ ਡਰਦੇ ਹੀ ਰਹੇ ਕਿ ਛੇਤੀ ਛੇਤੀ ਸਾਡਾ ਸਾਇੰਸ ਤੋਂ, ਵਿਗਿਆਨ ਤੋਂ ਪਿੱਛਾ ਛੁੱਟ ਜਾਵੇ ਤੇ ਅਸੀਂ ਸੌਖੇ ਹੋ ਜਾਈਏ। ਪਰ ਅਸਲ ਵਿੱਚ ਵਿਗਿਆਨ ਤੋਂ ਪਿੱਛਾ ਛੁਡਾ ਕੇ ਸੌਖੇ ਨਹੀਂ ਹੋਣਾ, ਵਿਗਿਆਨ ਦਾ ਲੜ ਫੜ ਕੇ ਫਿਰ ਸੌਖੇ ਹੋਣਾ। ਔਰ ਗਣਿਤ, ਹਾਏ ਤੌਬਾ, ਹਿਸਾਬ, ਮੈਥਮੈਟਿਕਸ ਐਡਾ ਖਤਰਨਾਕ ਸਬਜੈਕਟ ਕਿ ਲਗਭਗ 100 ਦੇ ਵਿੱਚੋਂ
90% ਬੰਦੇ ਜਿਹੜੇ ਆ ਉਹ ਡਰਦੇ ਤੋਂ, ਪਰ ਇੱਕ ਸ਼ਖਸ ਐਸੇ ਵੀ ਨੇ ਕਿ ਜਿਹੜੇ ਮੈਥ ਨੂੰ ਤੇ ਗਣਿਤ ਵਿਗਿਆਨ ਨੂੰ ਬਹੁਤ ਆਸਾਨ ਤਰੀਕੇ ਦੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਵੀ ਨੇ, ਸਮਝਾਉਂਦੇ ਵੀ ਨੇ, ਐਸੇ ਪ੍ਰੈਕਟੀਕਲ ਕਰਦੇ ਨੇ ਕਿ ਜ਼ਿੰਦਗੀ ਸੱਚਮੁੱਚ ਚਾਨਣਮਈ ਬਣਾ ਦਿੰਦੇ ਨੇ। ਤੇ ਅੱਜ ਉਹੀ ਚਾਨਣ ਮਨਾਰਾ ਸਾਡੇ ਨਾਲ ਹੈ ਡਾਕਟਰ ਜਸਵਿੰਦਰ ਸਿੰਘ ਜੀ, ਜਿਹੜੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਪਟਿਆਲੇ ਦੇ ਵਿੱਚ ਭੌਤਿਕ ਵਿਗਿਆਨ ਦੇ ਉਹ ਟੀਚਰ ਨੇ, ਪੜ੍ਹਾਉਂਦੇ ਨੇ ਬੱਚਿਆਂ ਨੂੰ। ਔਰ ਅੱਜ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਅਸੀਂ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਮੈਥ ਦੀਆਂ ਵੀ ਔਰ ਵਿਗਿਆਨ ਦੀਆਂ ਵੀ। ਸਿੱਖਾਂਗੇ ਕੁਝ ਸਰਲ ਆਸਾਨ ਤਰੀਕੇ ਕਿ ਜਿਹਦੇ ਨਾਲ ਵਿਗਿਆਨ ਸੌਖਾ ਹੋ ਜਾਵੇ ਔਰ ਮੈਥ ਸੌਖਾ ਹੋ ਜਾਵੇ। ਸਭ ਤੋਂ ਪਹਿਲਾਂ ਤੇ ਜਸਵਿੰਦਰ ਸਿੰਘ ਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ। ਜੀ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਚਾਹਾਂਗੇ ਮੈਥ ਦੀ। ਮੈਥ ਬੜਾ ਡਰਾਉਣਾ, ਇੱਕ ਐਸਾ ਖੌਫਨਾਕ, ਕਿਉਂਕਿ ਹਮੇਸ਼ਾ ਮੇਰੀ ਪਾਈਥਾਗੋਰਸ ਦੀ ਥਿਊਰਮ ਦੇ ਨਾਲ ਸ਼ਰੀਕੇਬਾਜ਼ੀ ਰਹੀ ਆ। a2 + b ਸਕੁਅਰ ਇਹ ਸਾਰੀਆਂ ਮੇਰੇ ਪੱਲੇ ਦੀ ਪਈਆਂ, ਔਰ ਬਹੁਤ ਸਾਰੇ ਹੋਰ ਵੀ ਲੋਕ ਹੋਣਗੇ। ਇਹ ਮੈਥ ਇੰਨਾ ਔਖਾ ਕਿਉਂ ਹੈ? ਇਹ ਸਾਡੇ ਕਦੀ a2 ਸਕੁਅਰ b2 c ਇਹ ਕਦੇ ਕੰਮ ਆਏ? ਥੀਟਾ ਕੋਸ ਸਾਈਨ ਇਹ ਕਦੇ ਕੰਮ ਆਏ? ਇੰਨਾ ਔਖਾ ਕਿਉਂ ਹੈ ਮੈਥ? ਇਹ ਲੱਗਦਾ ਸਾਨੂੰ। ਜੋਗੀ ਜੀ, ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਸਾਡੇ ਮੰਨਣ ਤੇ ਔਖਾ ਨਹੀਂ ਹੈ। ਅੱਛਾ, ਬੜਾ ਆਸਾਨ ਹੈ। ਅਬ ਆਪਾਂ ਗੱਲਾਂ ਬਾਤਾਂ ਕਰਾਂਗੇ, ਤੁਸੀਂ ਦੇਖੋਗੇ ਵੀ ਵਾਕਈ ਇੰਨਾ ਆਸਾਨ ਸੀਗਾ ਤੇ ਔਖਾ ਬਣਾ ਕੇ ਨਹੀਂ ਦਿੱਤਾ। ਦੇਖੋ, ਮੈਂ ਅਕਸਰ ਵਿਦਿਆਰਥੀਆਂ ਨੂੰ ਇਹੀ ਗੱਲ ਦੀ ਤਾਕੀਦ ਕਰਦਾ ਕਿ ਬਣਾਇਆ ਕਿਸ ਨੇ? ਮਨੁੱਖਾਂ ਨੇ ਬਣਾਇਆ ਜੀ, ਲੱਭਿਆ ਨਾ ਮਨੁੱਖਾਂ ਨੇ ਜੀ। ਵੀ ਆਹ ਫਾਰਮੂਲਾ ਇੱਥੇ ਇਸ ਤਰ੍ਹਾਂ ਕਰਾਂਗੇ, ਆਹ ਚੀਜ਼ ਬਣ ਜੂਗੀ, ਫਿਰ ਉਹਨੂੰ ਵੈਰੀਫਾਈ ਕੀਤਾ। ਜੀ, ਕਿਸ ਨੇ ਕੀਤਾ? ਮਨੁੱਖ ਨੇ। ਮਨੁੱਖ ਨੇ। ਤੇ ਪੜ੍ਹਨਾ ਕਿਸ ਨੇ? ਮਨੁੱਖ ਨੇ। ਸਿੱਖਣਾ ਕਿਸ ਨੇ? ਮਨੁੱਖ ਨੇ ਸਿੱਖਣਾ। ਜੇ ਮਨੁੱਖ ਬਣਾਉਣ ਵਾਲਾ ਹੈ, ਮਨੁੱਖ ਹੀ ਸਿੱਖਣ ਵਾਲਾ ਹੈ, ਮਨੁੱਖ ਹੀ ਉਸ ਨੂੰ ਕਰਨ ਵਾਲਾ ਹੈ, ਤੇ ਫਿਰ ਦਿੱਕਤ ਕਿੱਥੇ ਹੈ? ਦਿੱਕਤ ਤਾਂ ਹੋਵੇ ਨਾ ਕਿ ਕੋਈ ਸੁਪਰ ਹਿਊਮਨ ਨੇ ਕੀਤਾ ਹੋਵੇ ਤੇ ਆਮ ਜਿਹਾ ਵਿਅਕਤੀ ਕਰ ਨਾ ਸਕੇ। ਜੀ, ਉਹੇ ਜਿਹੇ ਵਿਅਕਤੀ ਉਹ ਹੈ ਜਿਸ ਨੇ ਕੀਤਾ, ਉਹੇ ਜਿਹੇ ਵਿਅਕਤੀ ਅਸੀਂ ਹਾਂ। ਫਿਰ ਅਸੀਂ ਕਿਉਂ ਨਹੀਂ ਕਰ ਸਕਦੇ? ਕਿਉਂਕਿ ਇਸ ਵਿਸ਼ੇ ਦੀ ਰੋਚਕਤਾ ਵੱਲ ਨਹੀਂ ਅਸੀਂ ਕਦਮ ਵਧਾਇਆ। ਇਸ ਵਿਸ਼ੇ ਦੀ ਜਟਲਤਾ ਵੱਲ ਤਾਂ ਕਦਮ ਵਧਾ ਲੇ ਜੀ। ਕਿ ਇੰਟੈਗ੍ਰੇਸ਼ਨ ਹੈ ਜੀ, ਡਿਫਰੈਂਸ਼ੀਏਸ਼ਨ ਹੈ ਜੀ, ਬੜੇ ਔਖੇ ਹੈ ਜੀ, ਪਾਈਥਾਗੋਰਸ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ। ਲੇਕਿਨ ਨਹੀਂ, ਇਹ ਤੁਸੀਂ ਦੇਖੋਗੇ ਕਿ ਇਹ ਸਹਿਜੇ ਹੀ ਇੱਕ ਗੇਮਸ ਹੈ। ਮੈਂ ਕਹਿੰਦਾ ਹੁੰਦਾ ਵੀ ਤੁਸੀਂ ਬੱਚੇ ਨੂੰ ਕਹਿੰਦੇ ਹੋ ਜੀ ਮੈਥ ਦੀ ਕੋਈ ਵੀ ਪ੍ਰੋਬਲਮ ਲਿਆਓ, ਮੈਂ ਸੋਲਵ ਕਰ ਦੂੰਗਾ। ਅਰੇ ਭਾਈ, ਪ੍ਰੋਬਲਮ ਦਾ ਕੀ ਮਤਲਬ ਹੁੰਦਾ? ਪ੍ਰੋਬਲਮ ਕ੍ਰੀਏਟਰ ਥੋੜਾ ਮੈਥ। ਜੀ, ਮੈਥ ਦਾ ਸੋਲੂਸ਼ਨ ਦੇਣ ਵਾਲਾ। ਜਿੱਥੇ ਤੁਹਾਡਾ ਕੁਝ ਵੀ ਹੱਲ ਨਹੀਂ ਹੁੰਦਾ, ਮੈਥ ਲਿਆਓ, ਤੁਹਾਡਾ ਹੱਲ ਹੋ ਜਾਂਦਾ। ਪਰ ਅਸੀਂ ਤੁਹਾਨੂੰ ਸਮਝਦੇ ਪ੍ਰੋਬਲਮ ਹੈ। ਅਸੀਂ ਪ੍ਰੋਬਲਮ ਸਮਝਦੇ ਹਾਂ। ਹੁਣ ਜੇ ਉਸ ਪ੍ਰੋਬਲਮ ਨੂੰ ਸੋਲੂਸ਼ਨ ਸਮਝ ਲਈਏ ਤਾਂ ਸੌਖਾ ਹੈ, ਜੇ ਪ੍ਰੋਬਲਮ ਨੂੰ ਪ੍ਰੋਬਲਮ ਸਮਝ ਲਈਏ ਤਾਂ ਔਖਾ ਹੋ ਗਿਆ। ਤੇ ਸੋਲੂਸ਼ਨ ਸਮਝ ਕੇ ਇਹ ਕਿੱਦਾਂ ਸੌਖਾ ਹੋ ਸਕਦਾ? ਦੇਖੋ, ਸੋਲੂਸ਼ਨ ਸਮਝ ਕੇ ਸੌਖਾ ਹੋਣ ਦਾ ਕਾਰਨ ਇਹ ਹੈ, ਮੈਂ ਜਦੋਂ ਲੱਭਿਆ ਨਾ ਕਿ ਬੱਚਿਆਂ ਨੂੰ ਪਹਾੜੇ ਰਟਾਏ ਜਾਂਦੇ ਸੀ, 1 ਦੂਣੀ ਦੂਣੀ 1 8 8। ਮੈਂ ਕਿਹਾ ਯਾਰ ਸੌਖਾ ਤਰੀਕਾ ਲੱਭੀਏ ਕੋਈ। ਤਾਂ ਮੈਂ ਤੁਹਾਨੂੰ ਇੱਥੇ ਹੁਣ ਕਰਕੇ ਲਿਖ ਕੇ ਦਿਖਾਊਂਗਾ। ਅੱਛਾ ਜੀ। ਕਿ ਮੈਂ ਇੱਕ ਪਾਸਵਰਡ ਤਿਆਰ ਕੀਤਾ ਵੀ ਮੈਂ ਅੰਕ ਹੀ ਲਿਖਣੇ ਆ, ਦੇਖਿਓ ਤੁਸੀਂ। ਅੱਛਾ ਜੀ। ਇਹ ਮੈਂ ਲਿਖਤਾ 86420 ਤੇ 86420। ਇਹ ਪਾਸਵਰਡ ਹੈ, ਮੈਂ ਦਰਸ਼ਕਾਂ ਨੂੰ ਦਿਖਾ ਵੀ ਦੇਵਾਂ ਜੀ। ਇਹ ਸਿਰਫ ਪਾਸਵਰਡ ਯਾਦ ਰੱਖਣਾ। ਬੱਚੇ ਨੇ 8 ਦਾ ਪਹਾੜਾ ਤਿਆਰ ਹੋ ਗਿਆ। ਹੁਣ ਤੁਹਾਨੂੰ ਇੱਥੋਂ ਇਹ ਨਹੀਂ ਪਤਾ ਲੱਗੇਗਾ ਵੀ 8 ਦਾ ਪਹਾੜਾ ਹੈ। ਇਹ ਕਿੱਦਾਂ ਬਣ ਗਿਆ? ਦੇਖੋ, ਹੁਣ ਉਸ ਤੋਂ ਬਾਅਦ ਅਸੀਂ ਕੀ ਕਰਨਾ? ਇਹਦੇ ਅੱਗੇ 0 1 2 3 4 4 ਤੇ ਰੁਕ ਗਏ, 4 ਤੋਂ ਸ਼ੁਰੂ ਕਰ ਲਓ। 4 5 6 7 ਤੇ 8। ਲਓ ਜੀ, 1 8 2 16 8 3 24 8 4 32। ਲਓ ਤੁਸੀਂ ਚੈੱਕ ਕਰ ਲਓ। ਸੱਚੀ ਮੁੱਚੀ ਇਹ ਤਾਂ ਬੜਾ ਸੌਖਾ ਤਰੀਕਾ ਹੋ ਗਿਆ। ਲਿਖਿਆ ਤਾਂ ਅੱਗੇ 1 2 3 4 5 ਹੀ ਹੈ ਨਾ। ਹੁਣ ਵਿਦਿਆਰਥੀ ਦੀ ਤਾਂ ਜਿਗਿਆਸਾ ਪੈਦਾ ਹੋ ਗਈ ਜੀ ਕਿ ਸਰ ਤੁਸੀਂ ਇਹ ਪਾਸਵਰਡ ਕਿੱਥੋਂ ਲੱਭਿਆ? ਹਾਂ, ਤੇ ਕੀ ਸਾਰਿਆਂ ਵਾਸਤੇ ਪਾਸਵਰਡ ਕੰਮ ਆਊਗਾ? ਹਾਂ, ਯੈਸ। ਤਾਂ ਉਹ ਬੱਚਿਆਂ ਦਾ ਅਕਸਰ, ਜਿਵੇਂ ਜੋਗੀ ਜੀ ਤੁਸੀਂ ਪ੍ਰਸ਼ਨ ਕੀਤਾ ਨਾ ਕਿ ਸਾਰਿਆਂ ਦੇ ਪਾਸਵਰਡ ਹੀ ਲੱਗੇਗਾ। ਦੇਖੋ, ਤੁਹਾਡੇ ਲੈਪਟਾਪ ਦਾ ਪਾਸਵਰਡ ਵੱਖਰਾ, ਮੇਰਾ ਵੱਖਰਾ। ਬਿਲਕੁਲ। ਫਿਰ ਸਾਰਿਆਂ ਤੇ ਇੱਕੋ ਕਿਵੇਂ ਲੱਗ ਸਕਦਾ? ਕਿਵੇਂ ਲੱਗ ਸਕਦਾ? ਪਾਸਵਰਡ ਤਾਂ ਵੱਖਰਾ ਵੱਖਰਾ ਹੋਊਗਾ ਨਾ। 7 ਦੇ ਪਹਾੜੇ ਦਾ ਹੋਰ ਹੈ, 9 ਦਾ ਹੋਰ ਹੈ। ਤਾਂ ਤੁਸੀਂ ਕਹੋ ਜੀ ਇਹ ਪਾਸਵਰਡ ਹੀ ਯਾਦ ਰੱਖੇ। ਉਹ ਪਾਸਵਰਡ ਤੁਹਾਡੇ ਆਪਣੇ ਆਪ ਹੀ ਚੇਤੇ 'ਚ ਆ ਜਾਣੇ ਜਦੋਂ ਮੈਂ ਤੁਹਾਨੂੰ ਤਰੀਕਾ ਦੱਸ ਦੇਣਾ। ਤਾਂ ਦੇਖੋ, ਹੁਣ ਜੇ ਮੈਂ 8 ਦਾ ਪਹਾੜਾ ਇੱਥੇ ਲਿਖਦਾ 8 16 24 32 40, ਠੀਕ ਹੈ ਜੀ, 48। ਤਾਂ ਹੁਣ ਤੁਸੀਂ ਦੇਖੋ ਪਾਸਵਰਡ ਤਾਂ ਇਹਦੇ ਵਿੱਚ ਹੀ ਲੁਕਿਆ ਪਿਆ ਹੈ। ਆ ਇੱਥੋਂ ਬਣਾਇਆ ਜੀ 86420। ਮੈਂ ਅਕਸਰ ਕਹਿੰਦਾ ਹੁੰਦਾ ਕਿ
ਗਿਆਨ ਵੰਡਣ ਨਾਲ ਵੱਧਦਾ ਹੈ। ਵੰਡਿਆ ਕਰੋ, ਲੁਕੋਇਆ ਨਾ ਕਰੋ ਵੀ ਮੈਨੂੰ ਪਤਾ ਲੱਗ ਗਿਆ ਮੈਂ ਆਪਣੇ ਕੋਲ ਰੱਖ ਲਾਂ। ਓਏ ਵੰਡ ਦੋ, ਕੀ ਪਤਾ ਇਸ ਤੋਂ ਵੀ ਅੱਗੇ ਦੁਨੀਆ ਬਹੁਤ ਪਈ ਹੈ, ਉਹ ਤੁਹਾਨੂੰ ਕੁਝ ਹੋਰ ਆ ਕੇ ਦੱਸ ਦੇਵੇ। ਵਾਹ ਜੀ ਵਾਹ। ਵੰਡ ਦੋ। ਤਾਂ ਹੁਣ ਇਹ ਜਿਹੜੀ ਚੀਜ਼ ਹੈ, ਇਸੇ ਤੋਂ ਹੀ ਮੈਂ ਤੁਹਾਡੇ ਸਾਹਮਣੇ ਇਸੇ ਪਹਾੜੇ ਨੂੰ 8 ਦਾ ਹੈ ਵੈਸੇ ਤਾਂ, ਹਾਂਜੀ, ਮੈਂ 108 ਦਾ ਬਣਾ ਦੇਣਾ। ਅੱਛਾ 108 ਦਾ। ਹਾਂਜੀ, ਤੇ ਉਹ ਤਾਂ ਅਸੀਂ ਕਹਿਣ ਨੂੰ ਜੀ ਸਾਡੇ 108 ਬਾਬਾ ਜੀ 1008 ਬਾਬਾ ਜੀ, ਹਾਂ, ਪਰ 108 ਦਾ ਪਹਾੜਾ ਦੇਖੋ ਬੱਚੇ ਨੂੰ ਜੇ ਆ ਜੇ, ਵਾਹ, ਸਿਰਫ ਕੀ ਕਰਨਾ ਤੁਸੀਂ 1 2 3 4 5 6 ਲੋ ਜੀ, ਇਹ 108 ਦਾ ਪਹਾੜਾ ਤਿਆਰ ਹੋ ਗਿਆ। ਮੈਂ ਤਾਂ 1 2 3 4 5 6 ਲਿਖਦਾ ਬਸ, ਇਸ ਤੋਂ ਵੱਧ ਕੁਝ ਨਹੀਂ ਕਰਦਾ। ਲਓ ਜੀ, ਕਿਸੇ ਕੈਲਕੂਲੇਟਰ ਦੀ ਲੋੜ ਨਹੀਂ ਔਰ ਐਕੂਰੇਸੀ ਪੂਰੀ ਐਕੂਰੇਸੀ ਹੈ। ਕੀ ਬਾਤ ਹੈ ਜੀ। ਆਹ ਤਾਂ ਸੌਖਾ, ਕਿਤੇ ਸਾਨੂੰ ਕਿਤੇ ਕੋਈ ਮਾਸਟਰ ਮਿਲਿਆ ਹੁੰਦਾ ਨਾ ਸਾਡੇ ਬਾਰੇ, ਅਸੀਂ ਵੀ ਰਾਮਾਨੁਜਨ ਬਣ ਜਾਣਾ ਸੀਗਾ। ਹਾਂ ਦੇਖੋ, ਰਾਮਾਨੁਜਨ ਨੂੰ ਤੁਸੀਂ ਯਾਦ ਕਰਵਾਇਆ, ਤੇ ਰਾਮਾਨੁਜਨ ਇੱਕ ਐਸੇ ਇਨਸਾਨ ਸੀ ਜਿਹੜੇ 32 ਸਾਲ ਸਿਰਫ ਜਿਉਂਦੇ ਰਹੇ। 32 ਸਾਲ ਦੀ ਉਮਰ 'ਚ ਐਸੇ ਕਾਰਨਾਮੇ ਕਰ ਗਏ, ਹਾਲੇ ਤੱਕ ਹੱਲ ਨਹੀਂ ਹੋਏ ਹੈ। ਨਹੀਂ ਹੋਏ। ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਉਸ ਬੰਦੇ ਦੀ ਸੋਚ ਕੈਸੀ ਸੀ, ਉਹ ਕਿੱਦਾਂ ਸੋਚਦੇ ਸੀ ਜੀ। ਤੇ ਉਹ ਬੰਦਾ ਕੀ ਕਹਿੰਦਾ ਹੈ, ਰਾਮਾਨੁਜਨ ਕੀ ਕਹਿੰਦੇ ਹੈ, ਕਹਿੰਦੇ ਵੀ ਮੈਥਮੈਟਿਕਸ ਦੀ ਉਸ ਇਕੁਏਸ਼ਨ ਦਾ ਮੇਰੇ ਲਈ ਕੋਈ ਮੰਤਵ ਨਹੀਂ ਹੈ, ਕੋਈ ਮਤਲਬ ਨਹੀਂ ਹੈ ਜਿਸ ਦੇ ਵਿੱਚ ਰੱਬ ਦੀ ਗੱਲ ਨਹੀਂ ਹੈ। ਅੱਛਾ, ਉਹਨਾਂ ਦੀ ਬੁੱਕ 'ਚ ਲਿਖਿਆ ਹੋਇਆ ਜੀ। ਅੱਛਾ ਤੇ ਜੀ। ਸਾਨੂੰ ਇਹ ਪ੍ਰਚਾਰਿਆ ਜਾਂਦਾ ਹੈ ਵੀ ਸਾਇੰਸਦਾਨ ਜੀ, ਮੈਥਮੈਟੀਸ਼ੀਅਨ ਰੱਬ ਨੂੰ ਨਹੀਂ ਮੰਨਦੇ। ਇਸ ਦਾ ਹਿਸਾਬ ਕਿਤਾਬ ਹੈ ਜੀ, ਸਿੱਧਾ ਹਿਸਾਬ ਕਿਤਾਬ ਹੈ। ਤਾਂ ਇਹ ਤਾਂ ਆਪੇ ਹੀ ਬਣ ਗਏ ਸੀਗੇ। ਮੈਂ ਕਿਹਾ ਗੱਲ ਸੁਣੋ, ਤੁਸੀਂ ਮਕਾਨ ਬਣਾਏ ਆਪੇ ਬਣ ਗਿਆ, ਕੋਈ ਪਲਾਨ ਨਹੀਂ ਕੀਤਾ ਤੁਸੀਂ। ਕਹਿੰਦੇ ਪਲਾਨ ਤਾਂ ਕੀਤਾ ਸੀ, ਨਕਸ਼ਾ ਪਾਸ ਵੀ ਕਰਾਇਆ ਸੀ ਕਮੇਟੀ ਤੋਂ, ਅਭੀ ਉਹਦੇ ਵਿੱਚ ਵੀ ਸਕੁਅਰ ਫੁੱਟ ਇਹ ਉਹ ਸਾਰਾ ਕੁਝ ਹੋਊਗਾ ਹੀ। ਤੇ ਮੈਂ ਕਿਹਾ ਇਹ ਵੀ ਇੱਕ ਨਕਸ਼ਾ ਕਿਸੇ ਨੇ ਬਣਾਇਆ ਤੇ ਸਾਰਿਆਂ 'ਚ ਉਹੀ ਚੀਜ਼ਾਂ ਉੱਤੇ ਬਿੱਟ ਕੀਤੀਆਂ। ਸਹੀ ਗੱਲ। ਤੇ ਉਹੇ ਜਿਹਾ ਹੀ ਖੂਨ ਚੱਲਦਾ ਤੇ ਸਿਸਟਮ ਐਡਾ ਜ਼ਬਰਦਸਤ ਹੈ, ਇਹਦੇ ਸੈਂਸਰ ਮਾੜਾ ਜਿਹਾ ਵੀ ਕਿਤੋਂ ਕਹਿੰਦੇ ਜੀ ਨਰਵ ਦੱਬ ਗਈ ਤੇ ਕਹਿੰਦਾ ਜੀ ਪਾਸਾ ਹੀ ਰਹਿ ਗਿਆ ਜੀ। ਤਾਂ ਮਤਲਬ ਕਮਾਲ ਦੀਆਂ ਗੱਲਾਂ ਹੈਗੀਆਂ। ਤੇ ਇਸ ਦੇ ਪਿੱਛੇ ਕੌਣ ਹੈ, ਉਸ ਨੂੰ ਲੱਭਣ ਲਈ ਸਾਡਾ ਵਿਗਿਆਨ ਲੱਗਿਆ ਹੋਇਆ ਤੇ ਵਿਗਿਆਨ ਦੀ ਸਹਾਇਤਾ ਗਣਿਤ ਕਰ ਰਿਹਾ। ਅੱਛਾ, ਵਿਗਿਆਨ ਦੀ ਸਹਾਇਤਾ ਗਣਿਤ ਕਰ ਰਿਹਾ। ਯੈਸ, ਜਿਹੜਾ ਵਿਗਿਆਨ ਹੈ ਨਾ ਜੀ, ਵਿਗਿਆਨ ਗਣਿਤ ਦੇ ਬਿਨਾਂ ਨਹੀਂ ਚੱਲਦਾ। ਅੱਛਾ, ਇਹ ਦੋਨੋਂ ਇੱਕ ਦੂਸਰੇ ਦੇ ਪੂਰਕ ਆ? ਪੂਰਕ ਕਹਿ ਲਓ, ਜਾਂ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਬੇਸ ਹੈ ਮੈਥਮੈਟਿਕਸ। ਸਾਡੀ ਜ਼ਿੰਦਗੀ ਦਾ ਜੇ ਕੋਈ ਆਧਾਰ ਹੈ ਤਾਂ ਮੈਥਮੈਟਿਕਸ ਹੈ। ਅੱਛਾ ਜੀ। ਕੋਈ ਚੀਜ਼, ਦੁਨੀਆ ਦੀ ਕੋਈ ਚੀਜ਼ ਦਾ ਨਾਮ ਲਓ ਜੋਗੀ ਜੀ, ਉਸ 'ਚ ਮੈਥਮੈਟਿਕਸ ਹੋਏਗਾ, ਨਜ਼ਰ ਆਏਗਾ ਤੁਹਾਨੂੰ। ਮੰਨ ਲਓ ਗੁਲਾਬ ਦਾ ਫੁੱਲ ਆ, ਗੁਲਾਬ ਦਾ ਫੁੱਲ ਹੈ, ਉਹਦੇ 'ਚ ਪੱਤੀਆਂ, ਹਾਂ, ਉਹਦੇ ਵਿੱਚ ਜਿਹੜੀਆਂ ਪੱਤੀਆਂ ਦਾ ਸੀਕੁਐਂਸ ਫਿਬੋਨੈਕੀ ਨੇ ਦੱਸਿਆ। ਬਿਲਕੁਲ। ਉਹ ਕਹਿੰਦਾ ਜੀ ਇੱਕ ਪੱਤੀ ਨਿਕਲੀ ਹੈ, ਫਿਰ ਇੱਕ ਤੋਂ ਬਾਅਦ 3 ਨਿਕਲਣਗੀਆਂ, ਫਿਰ 5 ਬਣਨਗੀਆਂ, ਫਿਰ 8 ਬਣਨਗੀਆਂ, ਫਿਰ ਤੁਹਾਡਾ ਫੁੱਲ ਪੂਰਾ ਹੋਣਾ। ਵਾਹ, ਉਹ ਟਿਕਾਣੇ ਸਿਰ ਲੱਗਾ ਹੋਇਆ। ਇਹ ਮਤਲਬ ਵੀ ਕੋਈ ਦੁਨੀਆ ਦੇਖੋ, ਸਵੇਰੇ ਉੱਠਦੇ ਸਾਰ ਕਹਿੰਦੇ ਜੀ ਕਿਹਦੇ ਦਰਸ਼ਨ ਕਰਦੇ ਹੋ, ਉਹ ਕਹਿੰਦੇ ਉਹ ਮੇਰੇ ਮੱਥੇ ਤਾਂ ਪਤਾ ਨਹੀਂ ਕਿਹੜਾ ਲੱਗਿਆ ਅੱਜ, ਕੰਮ ਹੀ ਨਹੀਂ ਬਣਿਆ ਸਾਰੀ ਦਿਹਾੜੀ। ਉਹ ਮੈਂ ਕਿਹਾ ਤੇਰੇ ਮੱਥੇ ਤਾਂ ਸਵੇਰੇ ਆ ਲੱਗਿਆ ਸੀਗਾ, ਟਾਈਮ ਤੇਰਾ ਹੀ ਟਾਈਮ, ਬਿਲਕੁਲ, ਜਿਹਨੂੰ ਤੂੰ ਦੇਖਦਾ ਐ ਨਹੀਂ ਕਹਿੰਦਾ ਵੀ ਮੈਂ ਲੇਟ ਹੋ ਗਿਆ ਹੋਇਆ, ਮੈਂ ਟਾਈਮ ਸਿਰ ਕੰਮ ਨਹੀਂ ਕੀਤੇ, ਦੂਜੇ ਤੇ ਮੜ ਦਿੰਦਾ ਵੀ ਪਤਾ ਨਹੀਂ ਕਿਹੜਾ ਮੱਥੇ ਲੱਗਿਆ ਅੱਜ, ਮੇਰੇ ਕੰਮ ਨਹੀਂ ਬਣ ਰਹੇ। ਜੀ ਜੀ। ਔਰ ਇਹ ਇੱਕ ਮਤਲਬ ਕਿ ਅਸੀਂ ਭੰਡਣ ਤੇ ਹੋ ਗਏ ਆ, ਸਮਝਣ ਤੇ ਨਹੀਂ ਹੋਏ। ਬਿਲਕੁਲ ਬਿਲਕੁਲ। ਦੇਖੋ ਗੁਰੂ ਨਾਨਕ ਸਾਹਿਬ ਨੇ ਜਿਹੜਾ ਇਹ ਸਾਨੂੰ ਸੁਨੇਹਾ ਦਿੱਤਾ ਸੀ, ਕਿਰਤ ਕਰੋ ਜੀ, ਨਾਮ ਜਪੋ, ਵੰਡ ਛਕੋ, ਬੜਾ ਵੱਡਾ ਇਹਦੇ ਪਿੱਛੇ ਲੌਜੀਕ ਜੀ। ਕਿਰਤ ਕਰੋ ਮਤਲਬ ਹੱਥੀਂ ਕੰਮ ਕਰੋ ਜੀ, ਤੇ ਗਣਿਤ ਹੱਥੀਂ ਲਿਖ ਕੇ ਹੀ ਹੁੰਦਾ, ਦੇਖ ਕੇ ਕਦੇ ਨਹੀਂ ਹੁੰਦਾ। ਅੱਛਾ, ਲਿਖਣਾ ਜ਼ਰੂਰੀ ਹੈ। ਲਿਖਣਾ ਜ਼ਰੂਰੀ ਹੈ। ਜੇ ਤੁਸੀਂ ਕਹੋਗੇ ਨਾ ਮੈਂ ਦੇਖ ਲਿਆ ਤੇ ਮੈਂ ਤੁਹਾਨੂੰ ਕਹੂੰਗਾ ਤੁਸੀਂ ਕਰਕੇ ਦਿਖਾ ਦਿਓ, ਤੁਸੀਂ ਕਰ ਨਹੀਂ ਪਾਓਗੇ, ਨਹੀਂ ਕਰ ਪਾਵਾਂਗੇ, ਕਿਉਂਕਿ ਦੇਖਿਆ ਹੋਇਆ। ਹਾਂ, ਜੇ ਤੁਸੀਂ ਇੱਕ ਦੋ ਵਾਰੀ ਉਹਨੂੰ ਪ੍ਰੈਕਟਿਸ ਕਰ ਲਓਗੇ, ਲਿਖ ਲਓਗੇ, ਤੁਸੀਂ ਕਹੋ ਜੀ ਹੁਣ ਮੈਂ ਕਰ ਸਕਦਾ। ਇਹ ਦੇਖਣ ਦਾ ਵਿਸ਼ਾ ਨਹੀਂ ਹੈ, ਇਹ ਲਿਖਣ ਦਾ ਵਿਸ਼ਾ ਹੈ। ਇਹ ਜਾਣਨਾ ਜ਼ਰੂਰੀ ਹੈ। ਬੱਚੇ ਲਿਖਣ ਤੋਂ ਭੱਜਣ ਲੱਗ ਗਏ ਜੀ, ਤੇ ਇਸ ਲਈ ਉਹਨਾਂ ਲਈ ਮੈਥਮੈਟਿਕਸ ਇਹ ਲੱਗਦਾ ਹੈ ਵੀ ਪਤਾ ਨਹੀਂ ਕਿੰਨਾ ਕੁ ਮੁਸ਼ਕਲ ਹੈ। ਤੇ ਮੈਥਮੈਟਿਕਸ ਤਾਂ ਇੰਨਾ ਕੁ ਆਸਾਨ ਹੈ। ਜੇ ਆਪਾਂ ਗੱਲ ਕਰੀਏ ਕਿ ਮੈਥਮੈਟਿਕਸ ਵਿਸ਼ੇ ਦੀ ਰੋਚਕਤਾ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਇਹ ਮੈਂ ਤੁਹਾਨੂੰ 8 ਦੇ ਪਹਾੜੇ ਦੀ ਗੱਲ ਕੀਤੀ ਹੈ, 8 ਤੋਂ 108 ਦੀ ਗੱਲ ਕੀਤੀ ਹੈ, ਜੇ ਬੱਚੇ ਨੂੰ 9 ਦਾ ਆ ਗਿਆ ਤੇ 9 ਤੋਂ 19 ਦਾ ਬਣ ਜਾਣਾ, ਤੇ 19 ਤੋਂ 119 ਦਾ ਬਣ ਜਾਣਾ, ਤੇ 119 ਤੋਂ 1119 ਬਣ ਜਾਣਾ, 11119 ਤੇ ਲੈ ਜਾ, ਮਤਲਬ ਇਹ ਚਲਨ ਚੱਲਦਾ ਜਾਣਾ। ਸਿਰਫ ਤੁਸੀਂ 1 2 3 4 1 2 3 4 ਹੀ ਲਿਖਣੇ। ਅੱਛਾ, ਤਾਂ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਮੈਥਮੈਟਿਕਸ ਦੀਆਂ, ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਕੰਮ ਹੈ ਦਿਲਚਸਪੀ ਦਾ। ਤੇ ਇਹੀ ਤਾਂ ਦਿਲਚਸਪੀ ਤਾਂ ਪੈਦਾ ਹੁੰਦੀ ਨਹੀਂ ਨਾ ਸਾਡੇ, ਪਤਾ ਨਹੀਂ ਕਿਉਂ, ਜਾਂ ਬੱਚੇ ਡਰਦੇ ਆ ਤੇ ਜਾਂ ਫਿਰ ਅਧਿਆਪਕਾਂ ਦੇ ਵਿੱਚ ਕੋਈ ਕਮੀ ਆ, ਦਿਲਚਸਪੀ ਤਾਂ ਪੈਦਾ ਕਰਦੇ ਨਹੀਂ। ਦੇਖੋ ਗੱਲ ਸੁਣੋ, ਦਿਲਚਸਪੀ ਪੈਦਾ ਕਰਨ ਦੇ ਲਈ ਮੈਂ ਤੁਹਾਨੂੰ ਕਹਿ ਦਿੰਦਾ ਵੀ ਆਹ ਪਿੱਛੇ ਆਪਣੇ ਕੰਧ ਹੈ ਜੀ, ਹਾਂਜੀ, ਕੰਧ ਤੇ ਪਲਸਤਰ ਹੋਇਆ, ਪਰ ਇਹ ਕੰਧ ਬਣੀ ਕਾਹਦੀ ਹੈ?
ਇੱਟਾਂ ਦੀ ਬਣੀ ਹੋਊਗੀ ਇੱਟਾਂ ਦੀ ਸੀਮਟ ਵਿੱਚ, ਹੈ ਨਾ। ਹੁਣ ਉਹ ਇੱਟਾਂ ਕਿੰਨੀਆਂ ਲੱਗੀਆਂ ਇਹਦੇ 'ਚ, ਪਲਸਤਰ ਹੋਈ ਕੰਧ ਤੋੜਨੀ ਨਹੀਂ ਹੈ, ਦੱਸ ਦੋ ਕਿੰਨੀਆਂ। ਮੈਥਮੈਟੀਸ਼ੀਅਨ ਦੱਸ ਸਕਦਾ, ਉਹ ਦੱਸ ਸੱਚੀ ਗੱਲ। ਉਹਨੂੰ ਪਤਾ ਵੀ ਇੱਟ ਦਾ ਸਾਈਜ਼ ਇੰਨਾ ਹੈ, ਹਾਂ ਪੂਰੀ ਕੰਧ ਦਾ ਜਿਹੜਾ ਖੇਤਰਫਲ ਹੈ ਇੰਨਾ ਆ ਗਿਆ, ਜੀ। ਉਹਦੇ ਅਗਲੇ ਹਿੱਸੇ ਦਾ ਖੇਤਰਫਲ ਹੈ ਫਰੰਟ ਦਾ ਇੰਨਾ ਹੈ, ਉਹਨੂੰ ਉਹਨੇ ਨਾਲ ਡਿਵਾਈਡ ਕਰਕੇ ਗਿੱਟਾਂ ਦੀ ਗਿਣਤੀ ਦੱਸ ਦਿੰਦਾ ਤੁਹਾਨੂੰ। ਆ ਬਿਲਕੁਲ ਤੁਹਾਡੀ ਸਹੀ ਗੱਲ ਆ। ਸਾਡੇ ਜਦੋਂ ਮਕਾਨ ਬਣਦੇ ਸੀਗੇ, ਇੱਟਾਂ ਦਾ ਚੱਕਾ ਲੱਗਾ ਹੋਇਆ ਸੀਗਾ, ਉਹ ਆਇਆ ਠੇਕੇਦਾਰ ਤੇ ਉਹ 6000 ਇੱਟ ਗਿਣ ਕੇ ਹੋ ਗਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਅੰਕਲ ਤੁਸੀਂ ਕਿੱਦਾਂ ਗਿਣ ਲਏ? ਕਹਿੰਦਾ ਆਜਾ ਤੈਨੂੰ ਮੈਂ ਸਿਖਾਵਾਂ। ਉਹਨੇ ਪਹਿਲਾਂ ਮੈਨੂੰ ਇੱਕ ਘੋੜੀ ਦੇ ਵਿੱਚ ਦੱਸਿਆ ਇੱਟਾਂ ਕਿੰਨੀਆਂ, ਫਿਰ ਇਹਨੂੰ ਇਹਦੇ ਨਾਲ ਗੁਣਾਕਾਰ ਆਪੇ ਤੇ ਹਿਸਾਬ ਪਤਾ ਲੱਗਿਆ ਤੇ ਅਸੀਂ 6000 ਇੱਥੇ ਗਿਣੀ ਜਾਈਏ। ਹਾਂ, ਤੇ ਮੈਂ ਉਸੇ ਹਿਸਾਬ ਨਾਲ ਮਿੰਟੋ ਮਿੰਟੀ ਟਰੱਕ ਗਿਣ ਲੈਂਦਾ ਹੁੰਦਾ ਸੀ ਕਿ ਆ ਇੱਟ ਇੰਨੀ ਆ ਗਈ ਆ। ਜੋਗੀ ਜੀ ਇੱਥੇ ਤੁਸੀਂ ਇਹ ਜਿਹੜੀ ਗੱਲ ਯਾਦ ਕਰਾਈ ਨਾ ਮੈਨੂੰ ਜੀ, ਕਿ ਇਹ ਇੱਕ ਵਿਗਿਆਨੀ ਹੋਇਆ ਸਾਡੇ ਕੋਲ ਜਰਮਨੀ ਦਾ, ਜੀ ਗੌਸ ਉਹਦਾ ਨਾਮ ਸੀ। ਜਮਾਤ ਦੇ ਵਿੱਚ ਅਧਿਆਪਕ ਆਇਆ, ਅਧਿਆਪਕ ਨੇ ਕਿਹਾ ਕਿ ਸਾਰੇ ਬੱਚੇ 1 ਤੋਂ ਲੈ ਕੇ 100 ਤੱਕ ਜੋੜੋ। 1 ਤੋਂ ਲੈ ਕੇ 100 ਤੱਕ ਜੋੜੋ। ਬੱਚਿਆਂ ਨੇ ਸ਼ੁਰੂ ਕਰਤਾ। ਬੱਚੇ ਕਹਿੰਦੇ 1 + 2 3, 3 + 3 6, 6 × 4 10, 5 × 15 6, 21 + 28 8, 36 9 45 10 55 11 4 ਤੇ 12 78 13 91 ਸ਼ੁਰੂ ਹੋ ਗਏ ਜੀ ਉਹ ਤਾਂ ਜੋੜਨੇ। ਹੁਣ ਕਦ 100 ਆਇਆ ਤੇ ਜਿਹਨੂੰ ਅਸੀਂ ਸ਼ਰਾਰਤੀ ਕਹਿੰਦੇ ਨਾ ਵੀ ਬੜੀਆਂ ਸ਼ਰਾਰਤਾਂ ਕਰਦਾ, ਹੋ ਗਿਆ ਖੜਾ। ਕਹਿੰਦਾ ਟੀਚਰ ਆ ਦੇਖੋ ਕਰ ਲਿਆ। ਅੱਛਾ, ਗੌਸ ਯੂ ਆਰ ਅ ਨੋਟੀ ਬॉय ਇਨ ਦ ਕਲਾਸ, ਹਾਊ ਯੂ ਸੋਲਵ ਦਿਸ, ਸ਼ੋ ਮੀ। ਉਹ ਬੁਲਾਇਆ, ਜਦੋਂ ਦੇਖੀ ਉਹਦੀ ਕਾਪੀ, ਜਵਾਬ ਸਹੀ ਸੀਗਾ। ਸੱਚੀ? ਟੀਚਰ ਹੈਰਾਨ ਰਹਿ ਗਈ। ਹਾਂ। ਟੀਚਰ ਕਹਿੰਦੀ ਗੌਸ ਤੂੰ ਮੈਨੂੰ ਇਹ ਦੱਸ ਵੀ ਇਹ ਕੀਤਾ ਕਿਵੇਂ ਹੈ? ਕਹਿੰਦਾ ਟੀਚਰ ਮੈਂ ਉਹ ਕੰਮ ਕਰਦਾ ਜਿਹੜਾ ਕੋਈ ਨਹੀਂ ਕਰਦਾ। ਵਾਹ। ਕਹਿੰਦਾ ਬੱਚੇ ਜੋੜ ਰਹੇ ਸੀ 1 ਚ 2, 3 ਬਣਦਾ ਸੀ, 3 ਚ 3 ਜੋੜਦੇ ਸੀ 6 ਬਣਦਾ ਸੀ। ਕਹਿੰਦਾ ਮੈਂ ਕੀ ਕੀਤਾ, 1 ਚ 100 ਜੋੜਤਾ ਸਿੱਧਾ ਹੀ। ਚਲੋ। ਕਹਿੰਦਾ ਫਿਰ ਮੈਂ 1 ਤੇ 100 ਨੂੰ ਜੋੜਿਆ 101 ਬਣ ਗਿਆ। ਕਹਿੰਦਾ ਜਦੋਂ ਮੈਂ 2 ਤੇ 99 ਨੂੰ ਜੋੜਿਆ ਫਿਰ 101 ਬਣ ਗਿਆ। ਕਹਿੰਦਾ 3 ਤੇ 98 ਜੋੜੇ ਫਿਰ 101 ਬਣ ਗਿਆ। ਕਹਿੰਦਾ ਮੈਨੂੰ ਤਾਂ ਸਮਝ ਆ ਗਈ ਵੀ 101 101 ਬਣੀ ਜਾਣਾ। 50 ਜੋੜੇ ਹੋ ਗਏ, 101 ਨੂੰ 50 ਨਾਲ ਗੁਣਾ ਕਰਤੀ, 50 × 50 50 × 50। ਕਹਿੰਦਾ ਤੁਸੀਂ ਚੈੱਕ ਕਰੋ। ਉਹਨੇ ਕੰਮ ਲਾਤਾ ਅਧਿਆਪਕ ਨੂੰ ਵੀ ਤੂੰ ਚੈੱਕ ਕਰ ਲੈ। ਇਹ ਰੌਚਕਤਾ ਆ। ਇਹ ਰੌਚਕਤਾ ਜਦੋਂ ਪੈਦਾ ਹੋ ਗਈ ਫਿਰ ਬੱਚਾ ਆਪਣੇ ਆਪ ਸਿੱਖ ਜਾਏਗਾ। ਔਰ ਨਾਲ ਦੀ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਬੱਚੇ ਮੈਥ ਤੋਂ ਡਰਨਾ, ਇਸ ਤਰ੍ਹਾਂ ਰੌਚਕਤਾ ਪੈਦਾ ਕਰਕੇ ਔਰ ਨਾਲ ਲਿਖਣ ਜ਼ਰੂਰ, ਜਿਵੇਂ ਡਾਕਟਰ ਜਸਵਿੰਦਰ ਸਿੰਘ ਹੁਣਾਂ ਨੇ ਕਿਹਾ, ਕਿਉਂਕਿ ਅਸੀਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਮਾਣ ਸਨਮਾਨ ਵੀ ਮਿਲ ਚੁੱਕੇ ਆ। ਰਾਸ਼ਟਰੀ ਐਵਾਰਡ ਇਹਨਾਂ ਨੂੰ ਮਿਲ ਚੁੱਕਾ ਹੈ ਔਰ 2 ਸਟੇਟ ਐਵਾਰਡ ਮਿਲ ਚੁੱਕੇ ਆ ਔਰ ਸਿੱਖਿਆ ਰਤਨ ਇੱਕ ਐਵਾਰਡ ਜਿਹੜਾ ਉਹ ਵੀ ਇਹਨਾਂ ਦੀ ਝੋਲੀ ਪਿਆ। ਬਹੁਤ ਲੰਮੀ ਲਿਸਟ ਆ ਔਰ ਇੰਨੀ ਲੰਮੀ ਲਿਸਟ ਆ ਕਿ ਆਪਾਂ ਜੇਕਰ ਉਹ ਸਾਰੀ ਦੀ ਸਾਰੀ ਆਪਾਂ ਜ਼ਿਕਰ ਕਰੀਏ ਤਾਂ ਲੱਗਦਾ ਵੀ 1 2 4 ਦਿਨ ਲੱਗ ਜਾਣਗੇ। ਇੰਨੀ ਵੱਡੀ ਸ਼ਖਸੀਅਤ ਜਿਹੜੀ ਅੱਜ ਸਾਨੂੰ ਗਣਿਤ ਦੇ ਸੌਖੇ ਤਰੀਕੇ ਦੱਸ ਰਹੀ ਹੈ। ਔਰ ਨਾਲ ਦੀ ਨਾਲ ਜੇਕਰ ਵਿਗਿਆਨ ਦੀ ਗੱਲ ਕਰਦੇ ਹਾਂ, ਹੁਣ ਅਸੀਂ ਵਿਗਿਆਨ ਤੇ ਆ ਜਾਂਦੇ ਹਾਂ। ਵਿਗਿਆਨ ਸਾਡੀਆਂ ਅੱਖਾਂ ਖੋਲ੍ਹਦਾ ਹੈ ਔਰ ਸਾਨੂੰ ਦੱਸਦਾ ਕਿ ਅਸਲ ਕੀ ਹੈ, ਹਕੀਕਤ ਕੀ ਹੈ ਔਰ ਕਿਵੇਂ ਹੋ ਸਕਦਾ ਹੈ। ਤੇ ਵਿਗਿਆਨ ਵੀ ਔਖਾ ਹੀ ਆ। ਆਮ ਤੌਰ ਤੇ ਸਾਰੇ ਡਰਦੇ ਆ, ਤੁਸੀਂ ਵੀ ਡਰਦੇ ਹੁੰਦੇ ਸੀ? ਦੇਖੋ ਵਿਗਿਆਨ ਦੀ ਗੱਲ ਤਾਂ ਤੁਹਾਨੂੰ ਇਹ ਦੱਸੀਏ ਵੀ ਵਿਗਿਆਨ, ਮੈਂ ਫਿਰ ਦੱਸਦਾ ਤੁਹਾਨੂੰ ਵੀ ਡਰ ਉਦੋਂ ਤੱਕ ਹੈ ਜਦ ਤੱਕ ਅਸੀਂ ਉਹਦੇ ਨਾਲ ਪੰਗਾ ਨਹੀਂ ਲੈ ਲਿਆ। ਜਦ ਪੰਗਾ ਲੈ ਲਿਆ ਤਾਂ ਛੋਟੇ ਤੋਂ ਛੋਟਾ ਬੰਦਾ ਵੀ ਵੱਡੇ ਤੇ ਵੱਡੇ ਨਾਲ ਮੁਕਾਬਲਾ ਕਰ ਸਕਦਾ। ਜੀ, ਠੀਕ ਹੈ ਨਾ ਜੀ। ਤੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਯਾਦ ਆ ਗਈ ਮੈਨੂੰ ਕਿ ਉਹਨਾਂ ਦੇ ਕੋਲ ਬਹੁਤ ਸਾਰੇ ਸਿੰਘ ਸੀਗੇ ਤੇ ਉਹ ਕਹਿੰਦੇ ਵੀ ਮਸਤ ਹਾਥੀ ਚੜਿਆ ਆ ਰਿਹਾ ਕਿਲੇ ਵੱਲ, ਕੀ ਕਰੀਏ? ਸਾਰੇ ਹੱਕੇ ਬੱਕੇ ਵੀ ਮਸਤ ਹਾਥੀ ਹੈ, ਉਹਦੇ ਲੋਹੇ ਦੇ ਅੱਡੇ ਅੱਡੇ ਸੰਗਲ ਬੰਨੇ ਹੋਏ ਹੈ ਤੇ ਸ਼ੀਲਡਾਂ ਲੱਗੀਆਂ ਹੋਈਆਂ ਉਹਦੇ, ਤੇ ਕਿਹੜਾ ਮੁਕਾਬਲਾ ਕਰ ਲੂਗਾ? ਮਸਤ ਹੈਗਾ। ਤੇ ਉਹ ਤਾਂ ਸਿੱਧਾ ਗੇਟ 'ਚ ਵੱਜਿਆ, ਨੇ ਗੇਟ ਭੰਨ ਦੇਣਾ। ਇੱਕ ਛੋਟੇ ਜਿਹੇ ਕੱਦ ਦਾ 4 ਫੁੱਟ ਦਾ ਸਿੰਘ ਉੱਠਿਆ, ਬਚਿੱਤਰ ਸਿੰਘ। ਕਹਿੰਦਾ ਗੁਰੂ ਜੀ ਮੈਨੂੰ ਦੱਸੋ, ਤੁਸੀਂ ਮੇਰੇ ਤੇ ਰੱਖੋ ਥਾਪੜਾ, ਦਿਓ ਆਸ਼ੀਰਵਾਦ। ਕਹਿੰਦਾ ਮੈਂ ਦੇਖਦਾ ਇਹਨੂੰ। ਬਸ ਇੰਨੀ ਕਹਿਣ ਦੀ ਗੱਲ ਸੀ। ਨਾਗਨੀ ਲਈ ਤੇ ਉਹ ਮਾਰੀ, ਦੋਏ ਲੱਤਾਂ ਉੱਚੀਆਂ ਕਰਕੇ ਘੋੜੇ ਤੋਂ ਜਦੋਂ ਉਹ ਮਾਰੀ, ਮੱਥਾ ਪਾੜਤਾ ਹਾਥੀ ਦਾ। ਤੇ ਕੋਈ ਯਕੀਨ ਨਹੀਂ ਕਰ ਸਕਦਾ ਸੀਗਾ ਵੀ ਜਿਹੜੀਆਂ ਢਾਲਾਂ ਦੇ ਵਿੱਚ ਆ ਕਿੱਥੋਂ ਗਈ ਸੀ ਉਹਦੇ 'ਚ। ਤਾਂ ਮਤਲਬ ਕੀ ਹੈ ਕਿ ਗੁਰੂ ਹੈ ਨਾ ਜਿਹੜਾ ਹਨੇਰੇ ਤੋਂ ਚਾਨਣ ਵੱਲ ਲਿਜਾਣ ਦੇ ਲਈ ਮਿੰਟਾਂ ਸਕਿੰਟਾਂ ਦੇ ਵਿੱਚ ਰਾਹ ਦੱਸ ਸਕਦਾ। ਮੈਂ ਇਸ ਦੀ ਐਗਜ਼ਾਮਪਲ ਇੱਕ ਹੋਰ ਦਿਨਾ ਕਰਦਾ ਕਿ ਇੱਕ 50 ਚਾਬੀਆਂ ਦਾ ਗੁੱਛਾ ਪਿਆ ਜੀ ਜੋਗੀ ਜੀ ਸਾਡੇ ਕੋਲ, ਇੱਕ ਤਾਲਾ ਬੰਦ ਪਿਆ ਤੇ ਮੈਂ ਕਹਿੰਦਾ ਵੀ ਚੱਲ ਭਈ ਖੋਲੋ ਇਹਨੂੰ, ਤਾਂ ਕੀ ਕਰੂਗਾ ਵਿਦਿਆਰਥੀ ਮੇਰਾ? ਪਹਿਲੀ ਚਾਬੀ ਲਾਊਗਾ, ਦੂਜੀ ਲਾਊਗਾ, ਉਹਨੂੰ ਕੀ ਪਤਾ ਕਿਹੜੀ ਲੱਗਣੀ। ਬਿਲਕੁਲ। ਪਰ ਗੁਰੂ ਨੂੰ ਪਤਾ ਵੀ ਕਿਹੜੀ ਲੱਗਣੀ ਹੈ। ਜਦ ਉਹ ਕਹੂਗਾ ਗੁਰੂ ਜੀ ਥੋੜਾ ਜਿਹਾ ਟਾਈਮ ਬਚਾ ਲਈਏ, ਦੱਸਿਓ ਕਿੰਨਵੀਂ ਲੱਗੂਗੀ? ਗੁਰੂ ਕਹਿੰਦਾ ਚੱਕ ਆਹ
ਸੈਕਿੰਡ ਲਾਸਟ ਚਾਬੀ ਚੱਕ, ਆਹ ਲਾ ਕੇ ਦੇਖ, ਕਿਆ ਉਹੀ ਲੱਗ ਜਾਂਦੀ ਹੈ। ਹੂੰ ਤਾਂ ਮਤਲਬ ਗੁਰੂ ਦਾ ਇਹ ਮਕਸਦ ਹੈ ਵੀ ਗੁਰੂ ਦੇ ਕੋਲੋਂ ਸਿੱਖ ਕੇ ਕੋਈ ਵੀ ਕੰਮ ਨੂੰ ਸਹਿਜੇ ਹੀ ਸਮਾਂ ਬਚਾ ਕੇ ਛੇਤੀ ਤੋਂ ਕਰ ਲਿਆ ਜਾਂਦਾ। ਹੂੰ ਤਾਂ ਇਸੇ ਨੂੰ ਉਹਦਾ ਥੱਪੜਾ ਕਿਹਾ ਜਾਂਦਾ। ਬਿਲਕੁਲ ਬਿਲਕੁਲ। ਤੇ ਜੇਕਰ ਅਸੀਂ ਵਿਗਿਆਨ ਨੂੰ ਆਪਣਾ ਗੁਰੂ ਮੰਨਦੇ ਹਾਂ ਅੱਜ ਦੇ ਸਮੇਂ ਦੇ ਵਿੱਚ, ਤੇ ਵਿਗਿਆਨ ਸਾਡਾ ਕੰਮ ਸੌਖਾ ਕਰ ਦਿੰਦਾ। ਬਿਲਕੁਲ, ਦੇਖੋ ਸੌਖਾ, ਮੈਂ ਕਹਿੰਦਾ ਇੰਨਾ ਆਸਾਨ ਕਰਤਾ, ਪੱਖਾ ਚੱਲ ਰਿਹਾ। ਹੂੰ ਤੇ ਮੇਰਾ ਬੱਚਾ ਤਾਂ ਅੱਜ ਵੀ, ਜੇ ਆਪਾਂ ਗੱਲ ਕਰੀਏ ਵੀ ਸਾਡੀ ਆਜ਼ਾਦੀ ਨੂੰ ਇੰਨੇ ਵਰੇ ਹੋ ਗਏ ਜੀ, ਹੈ ਨਾ ਜੀ, 75 ਵਰੇ ਹੋ ਗਏ ਜੀ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ, ਪਰ ਅੱਜ ਵੀ ਮੇਰੇ ਦੇਸ਼ ਦਾ ਵਿਦਿਆਰਥੀ ਇਹ ਕਹਿੰਦਾ ਵੀ ਸਾਡਾ ਪੱਖਾ ਗਰਮ ਹਵਾ ਦੇਣ ਲੱਗ ਗਿਆ। ਹੂੰ ਮੈਂ ਜਦੋਂ ਸੁਣਦਾ ਵੀ ਪੱਖਾ ਗਰਮ ਹਵਾ ਦੇਣ ਲੱਗ ਗਿਆ, ਇਹ ਕਿੱਦਾਂ ਹੋ ਸਕਦਾ? ਤਾਂ ਮੈਂ ਕਹਿੰਦਾ ਵੀ ਉਤਾਰੋ ਇਹਨੂੰ। ਹੂੰ ਬੱਚੇ ਬੜੇ ਖੁਸ਼ ਵੀ ਨਵਾਂ ਲਵਾਉਣਗੇ। ਹੂੰ ਉਤਾਰ ਕੇ, ਸਰ ਥੋੜੀ ਥੋੜੀ ਹਵਾ ਤਾਂ ਦਿੰਦਾ ਹੈ। ਹੂੰ ਉਤਾਰ ਕੇ ਕੀ ਕਰਾਂਗੇ ਫਿਰ, ਹੋਰ ਨਵਾਂ ਤਾਂ ਕੱਲ ਨੂੰ ਆਊਗਾ। ਮੈਂ ਕਿਹਾ ਐਂ ਕਰਾਂਗੇ, ਇਹਨੂੰ ਸਰਦੀਆਂ ਚ ਲਾਵਾਂਗੇ ਪੁੱਤ, ਹੂੰ ਕਿਉਂਕਿ ਗਰਮ ਹਵਾ ਫੇਰ ਠੰਡੀ ਦਊਗਾ। ਨਹੀਂ, ਹੁਣ ਗਰਮ ਹਵਾ ਦੇਣ ਲੱਗਿਆ ਤਾਂ ਸਰਦੀਆਂ 'ਚ ਕੰਮ ਲਓ ਨਾ, ਹੁਣ ਕਾਹਦੇ ਲਈ ਲਾਇਆ ਹੋਇਆ। ਹਾਂ ਹਾਂ ਕਹਿਣ ਤੋਂ ਭਾਵ ਮੇਰਾ ਇਹ ਹੈ ਵੀ ਹਵਾ ਜਿਹੜਾ ਹੈ ਪੱਖਾ ਦਿੰਦਾ ਨਹੀਂ ਹੈ। ਪੱਖਾ ਤਾਂ ਕਮਰੇ ਦੇ ਵਿੱਚ ਜੇ ਜੀ ਹਵਾ ਹੈ ਉਸ ਨੂੰ ਘੁਮਾਉਣ ਦਾ ਕੰਮ ਕਰ ਰਿਹਾ ਹੈ, ਚੱਲਦਾ, ਉਹਨੂੰ ਘੁਮਾ ਰਿਹਾ ਹੈ। ਹੂੰ ਅਸੀਂ ਕਹਤਾ ਵੀ ਸਾਡਾ ਪੱਖਾ ਹਵਾ ਦਿੰਦਾ। ਮੈਂ ਕਿਹਾ ਰੋਕ ਕੇ ਦੇਖ ਲਓ ਕਿਹੜੇ ਪਰ ਚੋਂ ਹਵਾ ਨਿਕਲਦੀ ਹੈ। ਹੂੰ ਨਹੀਂ ਨਿਕਲਦੀ ਹੈ ਜੀ। ਤਾਂ ਪਰਾਂ ਦੇ ਨਾਲ ਤਾਂ ਉਹ ਜਿਹੜੀ ਅੰਦਰ ਕਮਰੇ ਦੇ ਵਿੱਚ ਮੌਜੂਦ ਹਵਾ ਹੈ ਉਸ ਨੂੰ ਘੁਮਾਇਆ ਜਾ ਰਿਹਾ। ਹੂੰ ਤੇ ਇਸ ਤਰ੍ਹਾਂ ਦੀਆਂ ਗੱਲਾਂ ਇਹ ਵਿਗਿਆਨ ਦੀਆਂ ਤਾਂ ਹੈ। ਵਿਗਿਆਨ ਦੀਆਂ ਹੀ। ਹੁਣ ਜੇ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਜਿਹੜੀ ਮੋਟਰ ਲੱਗੀ ਹੈ ਉਹ ਕਿੰਨੇ ਵਿਦਿਆਰਥੀਆਂ ਨੂੰ ਅਸੀਂ ਖੋਲ ਕੇ ਦਿਖਾਤੀ ਹੋਈ ਹੈ। ਹਾਂ, ਜਿਹੜੇ ਵੋਕੇਸ਼ਨਲ ਸਬਜੈਕਟ ਪੜ੍ਹਦੇ ਆ ਜੀ, ਸਪੈਸ਼ਲ ਇਹਦੇ ਕੋਰਸ ਕਰਦੇ ਆ ਇਲੈਕਟ੍ਰੀਸ਼ੀਅਨ ਦੇ, ਜੀ। ਉਹਨਾਂ ਨੂੰ ਪਤਾ ਹੈ। ਪਰ ਇੱਕ ਆਮ ਵਿਅਕਤੀ ਜੇ ਕਹੇ, ਉਹਨੂੰ ਇਹ ਤਾਂ ਪਤਾ ਹੈ ਵੀ ਇਹਦੀ ਮੋਟਰ ਲੱਗਦਾ ਵੀ ਸੜ ਗਈ ਹੋਊਗੀ ਜਾਂ ਕੁਝ ਹੋ ਗਿਆ ਹੋਊਗਾ, ਹੈ ਨਾ, ਲੇਕਿਨ ਉਹ ਖੋਲ ਕੇ ਨਹੀਂ ਉਹਨੇ ਕਦੇ ਦੇਖਿਆ ਨਹੀਂ। ਜਦ ਕਿ ਮੈਂ ਚਾਹਨਾ ਕਿ ਮੇਰਾ ਬੱਚਾ, ਹਰ ਬੱਚਾ 8ਵੀਂ 9ਵੀਂ 10ਵੀਂ 'ਚ ਵੀ ਇਹ ਚੀਜ਼ਾਂ ਦੇ ਬਾਰੇ ਗਿਆਨ ਹਾਸਲ ਕਰ ਲੈ। ਉਹ ਮੋਟਰ ਖੋਲ ਕੇ ਦਿਖਾਈ ਜਾਵੇ ਉਸ ਨੂੰ, ਚਾਹੇ ਉਹ ਮੋਟਰ ਪੱਖੇ ਦੀ ਹੈ, ਚਾਹੇ ਉਹ ਮਧਾਣੀ ਦੀ ਹੈ, ਚਾਹੇ ਉਹ ਵਾਸ਼ਿੰਗ ਮਸ਼ੀਨ ਦੀ ਹੈ, ਉਹ ਖੋਲ ਕੇ ਉੱਥੇ ਪਈਆਂ ਹੋਣ, ਉਹਨਾਂ ਨੂੰ ਦਿਖਾਇਆ ਜਾਵੇ ਵੀ ਆਹ ਸਿਸਟਮ ਇਦਾਂ ਕੰਮ ਕਰਦਾ ਹੈ। ਫੈਰਾਡੇ ਨੇ ਜਿਹੜਾ ਲਾਅ ਦਿੱਤਾ ਸੀਗਾ ਕਿ ਜਦੋਂ ਤਾਂਬੇ ਦੀਆਂ ਤਾਰਾਂ ਦੇ ਵਿੱਚ ਚੁੰਬਕ ਨੂੰ ਘੁਮਾਇਆ ਜਾਵੇ ਤੇਜ਼-ਤੇਜ਼, ਜਾਂ ਚੁੰਬਕ ਦੇ ਵਿੱਚ ਤਾਂਬੇ ਦੀਆਂ ਤਾਰਾਂ ਨੂੰ ਤੇਜ਼-ਤੇਜ਼ ਘੁਮਾਇਆ ਜਾਵੇ ਤਾਂ ਉਸ ਵਕਤ ਬਿਜਲੀ ਪੈਦਾ ਹੋ ਜਾਂਦੀ ਹੈ। ਬਸ ਇੰਨਾ ਕੁ ਸਿਧਾਂਤ ਹੈ ਬਿਜਲੀ ਪੈਦਾ ਕਰਨ ਦਾ। ਲਓ ਜੀ। ਤਾਂ ਉਹ ਬਿਜਲੀ ਜਿਹੜੀ ਪੈਦਾ ਹੋਈ ਹੈ ਉਹ ਫਿਰ ਤਾਰਾਂ ਦੇ ਰਾਹੀਂ ਇਹਦੇ 'ਚ ਜਦੋਂ ਜਾਂਦੀ ਹੈ ਤਾਂ ਇਹਦੇ ਵਿੱਚ ਕੀ ਕਰਦੀ ਹੈ? ਤਾਂ ਹੁਣ ਉਹ ਤਾਰਾਂ ਦੇ ਵਿੱਚ ਜਦੋਂ ਬਿਜਲੀ ਪਹੁੰਚਦੀ ਹੈ ਤਾਂ ਉਸ ਨੂੰ ਕਹਿੰਦੇ ਮੋਟਰ। ਮੋਟਰ, ਉਹ ਮੋਟਰ, ਹੁਣ ਮੋਟਰ ਕੀ ਕੰਮ ਕਰਦੀ ਹੈ? ਮੋਟਰ ਬਿਜਲੀ ਲੈਂਦੀ ਹੈ ਤੇ ਕੰਮ ਦਿੰਦੀ ਹੈ। ਤੇ ਜਨਰੇਟਰ ਦਾ ਉਲਟਾ ਕਰ ਲਓ। ਅੱਛਾ, ਜਨਰੇਟਰ ਕੰਮ ਕਰੀਏ ਤਾਂ ਬਿਜਲੀ ਦੇ ਦਿੰਦਾ। ਹਾਂ ਬਿਲਕੁਲ ਸਹੀ। ਹੁਣ ਇਹ ਗੱਲ ਬੱਚੇ ਦੇ ਦਿਮਾਗ 'ਚ ਜੇ ਅਸੀਂ ਪਾ ਦਈਏ ਕਿ ਭਾਈ ਜਨਰੇਟਰ ਤੇ ਮੋਟਰ ਤਾਂ ਇੱਕ ਦੂਜੇ ਦੇ ਉਲਟ ਹੋ ਗਏ, ਉਲਟ ਹੋ ਗਏ, ਹਾਂਜੀ, ਉਹਦੇ 'ਚ ਕੰਮ ਦਿੰਨੇ ਆ ਤੇ ਬਿਜਲੀ ਲੈਣੇ ਆ, ਉਹਦੇ 'ਚ ਬਿਜਲੀ ਦਿੰਨੇ ਆ ਤੇ ਕੰਮ ਲੈਣੇ ਆ, ਕੰਮ ਲੈਣੇ ਆ, ਤਾਂ ਬੱਚਾ ਮਿੰਟ 'ਚ ਦੱਸ ਦੂਗਾ ਜੀ ਹਾਂ ਅਸੀਂ ਬਿਜਲੀ ਨਾਲ ਮੋਟਰ ਚਲਾਈ ਸੀ, ਪਾਣੀ ਉੱਪਰ ਚੱਕਤਾ ਉਹਨੇ, ਧਰਤੀ 'ਚ ਪਾਣੀ ਕੱਢ ਕੇ ਦੇਤਾ, ਬਿਲਕੁਲ, ਹੈ ਨਾ। ਮਸ਼ੀਨ ਦੀ ਮੋਟਰ, ਪੱਖੇ ਦੀ ਮੋਟਰ, ਏਸੀ ਦੀ ਮੋਟਰ, ਮਤਲਬ ਕੋਈ ਵੀ ਜਿਹੜੀ ਮੋਟਰ ਹੈ ਉਹ ਇਸ ਤਰ੍ਹਾਂ ਕੰਮ ਕਰਦੀ ਹੈ, ਬਿਜਲੀ ਤੇ ਕੰਮ ਕਰਦੀ ਹੈ। ਔਰ ਬਿਜਲੀ ਤੇ ਕੰਮ ਕਰਕੇ ਸਾਨੂੰ ਉਹ ਮਕੈਨੀਕਲ ਵਰਕ ਦੇ ਦਿੰਦੀ ਹੈ, ਕੰਮ ਦੇ ਦਿੰਦੀ ਹੈ, ਉਹਦੇ ਨਾਲ ਪੱਖਾ ਚਲਾ ਲਓ, ਕੁਝ ਚਲਾ ਲਓ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਵਿਗਿਆਨ ਦੇ ਵਿੱਚ ਜਦੋਂ ਬੱਚੇ ਨੂੰ ਅਸੀਂ ਸਮਝਾਵਾਂਗੇ, ਸਿਖਾਵਾਂਗੇ ਤਾਂ ਕਿਵੇਂ ਨਹੀਂ ਸਿੱਖੂਗਾ। ਬਿਲਕੁਲ ਜੀ। ਔਰ ਮੈਂ ਇੱਕ ਦੇਖ ਰਿਹਾ ਕਿ ਆਪਣਾ ਸਾਰਾ ਟੇਬਲ ਜਿਹੜਾ ਭਰਿਆ ਪਿਆ, ਬਹੁਤ ਸਾਰੀਆਂ ਚੀਜ਼ਾਂ ਪਈਆਂ, ਔਰ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੇ ਕਿ ਜਿਹੜੀ ਇੱਕ ਜ਼ਿੰਦਗੀ ਦੀ ਸੱਚਾਈ ਦੱਸਦੀਆਂ। ਔਰ ਸਭ ਤੋਂ ਪਹਿਲਾਂ ਤੇ ਕਹਿੰਦੇ ਨੇ ਕਿ ਰੰਗਾਂ ਵਿੱਚ ਵਸੇ ਦੁਨੀਆ, ਰੱਬਾ ਪਤਾ ਨਹੀਂ ਕਿਸੇ ਨੂੰ ਤੇਰੇ ਰੰਗ ਦਾ। ਤੇ ਜਿਹੜੇ ਰੰਗ ਆ ਦੁਨੀਆ ਦੇ, ਆਪਾਂ ਉਹਨਾਂ ਦਾ ਜ਼ਿਕਰ ਕਰ ਲਈਏ। ਇੱਕ ਤੁਹਾਡੇ ਕੋਲ ਜਿਹੜੇ ਦੁਨੀਆ ਦੇ ਰੰਗ ਆ ਸਾਰੇ, ਉਹ ਦਿਖ ਰਹੇ ਆ। ਦੇਖੋ ਜੀ, ਕਹਿੰਦੇ ਘਾਹ ਜਿਹੜਾ ਹਰੇ ਰੰਗ ਦਾ, ਹਾਂ, ਜਿਹਦੇ ਲਾਲ ਰੰਗ ਦਾ ਗੁਲਾਬ ਦਾ ਫੁੱਲ ਹੈ, ਹੈ ਜੀ। ਵੈਸੇ ਚਲੋ ਹੋਰ ਵੀ ਰੰਗਾਂ ਦੇ ਅੱਜ ਕੱਲ ਦਾ ਹਾਈਬ੍ਰਿਡ ਅਸੀਂ ਬਹੁਤ ਬਣਾ ਲਏ ਹੋਏ ਆ, ਪਰ ਮਸ਼ਹੂਰ ਲਾਲ ਰੰਗ ਦਾ ਹੀ ਫੁੱਲ ਹੈ। ਜੀ 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 ਜੀ। ਜੇ ਕਿਸੇ ਨੂੰ ਗਿਫਟ ਦੇਣਾ ਤਾਂ ਲਾਲ ਰੰਗ ਦਾ ਹੀ ਫੁੱਲ ਦਿੱਤਾ ਜਾਂਦਾ, ਕਾਲੇ ਦਾ ਨਹੀਂ ਦਿੰਦਾ ਕੋਈ। ਸਹੀ ਗੱਲ ਹੈ। ਤਾਂ ਮਤਲਬ ਗੱਲ ਕਹਿਣ ਤੋਂ ਇਹ ਹੈ ਵੀ ਉਹ ਜਿਹੜੇ ਰੰਗ ਹੈ, ਪਤਾ ਨਹੀਂ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ, ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਤਾਂ ਗੱਲ ਇਹ ਹੈ ਵੀ ਇਹ ਜਿਹੜੇ ਰੰਗ ਹੈ ਜੀ, ਇਸ ਦੇ ਉੱਪਰ ਜਿਹੜੇ ਲਗਾਏ ਗਏ ਹੈ ਉਹ ਵੀ ਇਸ ਤਰੀਕੇ ਦੇ ਨਾਲ ਲਗਾਏ ਗਏ ਹੈ ਜੀ ਕਿ ਵਿਗਿਆਨੀ ਨੇ, ਸਾਡੇ ਨਿਊਟਨ ਨੇ ਦੱਸਿਆ, ਜਿਹਨੇ ਨਿਊਟਨ ਡਿਸਕ ਬਣਾਈ ਸੀ ਜੀ। ਮੈਂ ਫਿਰ ਜੋਗੀ ਜੀ ਇੱਥੇ ਜ਼ਿਕਰ ਕਰਾਂ ਉਹਨਾਂ ਦਰਸ਼ਕਾਂ ਦੇ ਲਈ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਹੈ ਜੀ, ਕਿ ਸਾਥੀਓ, ਮੈਂ ਤੁਹਾਨੂੰ ਇਹ ਸੁਨੇਹਾ ਵੀ ਦੇਣਾ ਚਾਹੁੰਦਾ ਕਿ ਉਹ ਵਿਅਕਤੀ ਜਿਹੜੇ ਸਾਡੇ ਵਰਗੇ ਸੀ, ਉਹਨਾਂ ਨੂੰ ਪ੍ਰਕਾਸ਼ ਦੇ ਵਿੱਚ 7 ਰੰਗ ਦਿਸ ਗਏ, ਸਾਨੂੰ ਨਹੀਂ ਦਿਸੇ। ਨਹੀਂ ਦਿਸਦੇ।
ਨਹੀਂ ਦਿਸਦੇ ਸਾਨੂੰ ਨਹੀਂ ਦਿਸੇ, ਉਹਨੂੰ ਕਿਵੇਂ ਦਿਸ ਗਏ? ਇਹੀ ਤੇ ਗੱਲ ਹੈ ਵੱਡੀ। ਹਾਂਜੀ, ਉਹ ਸਾਡੇ ਲਈ ਸਮਾਨ ਬਣਾ ਕੇ ਚਲੇ ਗਏ ਤੇ ਅਸੀਂ ਉਹਨਾਂ ਦਾ ਸਮਾਨ ਵਰਤ ਕੇ ਵੀ ਨਹੀਂ ਸਿੱਖ ਸਕਦੇ। ਨਹੀਂ, ਹਾਂ ਬਿਲਕੁਲ, ਇਹ ਵੀ ਗੱਲ ਹੈ। ਅਸੀਂ ਸਾਡੇ ਕੋਲ ਸਾਰਾ ਕੁਝ ਤਿਆਰ, ਅਸੀਂ ਕੁਝ ਲੱਭਣੇ ਨਹੀਂ ਹੈ, ਲੱਭਣਾ ਨਹੀਂ, ਬਣਾਣੇ ਨਹੀਂ ਹੈ। ਮੈਂ ਕਹਿੰਦਾ ਜਿਹੜੇ ਬਣੇ ਪਏ ਆ ਸਿਰਫ ਉਹ ਪੜ੍ਹਨੇ ਤੇ ਸਮਝਣੇ ਤੇ ਸਿੱਖਣੇ ਆ। ਜੇ ਅਸੀਂ ਉਹ ਵੀ ਨਹੀਂ ਕਰ ਸਕਦੇ ਤਾਂ ਅਸੀਂ ਆਪ ਆਪਣਾ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਆਪ ਨੂੰ ਪੁੱਛ ਲਈਏ ਵੀ ਤੇਰੀ ਸਲਾਹ ਕੀ ਹੈ, ਚਾਹੁੰਦਾ ਕੀ ਹੈ। ਸਹੀ ਗੱਲ ਹੈ। ਤੇ ਭਾਲਦਾ ਤੂੰ ਨੌਕਰੀਆਂ ਉੱਚੀਆਂ ਉੱਚੀਆਂ, ਹਾਂ, ਤੇ ਤੈਨੂੰ ਇਹ ਗੱਲ ਨਹੀਂ ਸਮਝ ਆਈ ਵੀ ਕੁਦਰਤ ਕਿ ਹੈ। ਉਹ ਇਹ ਜਿਹੇ ਇਨਸਾਨ ਸੀ ਜਿਨ੍ਹਾਂ ਨੂੰ ਚਿੱਟੇ ਰੰਗ ਦੇ ਵਿੱਚ 7 ਰੰਗ ਦਿਸਦੇ ਸੀ, ਔਰ ਫਿਰ ਸਿੱਧ ਕਰਕੇ ਤੁਹਾਨੂੰ ਫੜਾ ਕੇ ਗਏ ਆ ਵੀ ਤੁਸੀਂ ਤਾਂ ਘੁਮਾਣਾ ਹੀ ਹੈ ਭਾਈ, ਤੁਸੀਂ ਤਾਂ ਚਲਾ ਕੇ ਦੇਖ ਲਓ, ਸਿੱਧ ਹੁੰਦੀ ਹੈ ਗੱਲ। ਹੁਣ ਉਸ ਵਿਗਿਆਨੀ ਨੇ ਕੀ ਕੀਤਾ ਕਿ ਇੰਡੀਗੋ ਬਲੂ, ਇੰਡੀਗੋ ਇਹ ਰੰਗ ਜਿਹੜੇ ਆ, ਵਾਇਲਟ ਤੋਂ ਸ਼ੁਰੂ ਕਰਦਾ ਹੈ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਤੇ ਰੈੱਡ, ਇਹ 7 ਰੰਗ, ਇਹ 7 ਰੰਗ ਇਸ ਡਿਸਕ ਤੇ ਲਗਾ ਦਿੰਦਾ ਤੇ ਕਹਿੰਦਾ ਵੀ ਇਹਨੂੰ ਤੇਜ਼ ਘੁਮਾਓ। ਲੋ ਜੋਗੀ ਜੀ ਦੇਖੋ, ਇਹ ਤਾਂ ਵਾਈਟ ਹੋ ਗਿਆ। ਇਹ 7 ਰੰਗ ਮਿਲ ਕੇ ਸਫੈਦ ਬਣਾ ਦਿੰਦੇ। ਕੀ ਬਾਤ ਹੈ। ਤੇ ਫਿਰ 7 ਦੇ 7 ਫਿਰ ਵਾਪਸ ਆ ਗਏ, ਫਿਰ ਤੇ ਇਹਦਾ ਮਤਲਬ 7 ਰੰਗਾਂ ਨੂੰ ਮਿਲ ਕੇ ਸਫੈਦ ਬਣਦਾ ਤੇ ਸਫੈਦ ਰੰਗ ਦੇ ਵਿੱਚ 7 ਰੰਗ ਹੁੰਦੇ। ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜੇ ਸਾਡੇ ਬਹੁਤ ਮੰਨੇ ਪਰਮੰਨੇ ਸੰਤ ਮਹਾਂਪੁਰਖ, ਅਸਲੀ ਬਾਬੇ, ਪਖੰਡੀ ਨਹੀਂ, ਅਸਲੀ ਬਾਬੇ ਜੀ, ਜਿਹੜੇ ਕਹਿੰਦੇ ਪੈਰਾਂ ਨੂੰ ਨਾ ਹੱਥ ਲਾਈ, ਜਿਹੜੇ ਕਹਿੰਦੇ ਮੇਰੇ ਕੋਲ ਕੁਝ ਨਹੀਂ ਹੈਗਾ, ਧਰਮ ਗ੍ਰੰਥ ਪੜ੍ਹ ਜਾ ਕੇ ਜੇ ਕੁਝ ਲੈਣਾ ਤਾਂ। ਬਿਲਕੁਲ ਬਿਲਕੁਲ, ਮੇਰੇ ਪੈਰਾਂ 'ਚ ਕੁਝ ਨਹੀਂ ਪਿਆ, ਜੇ ਜਾਂ ਚੰਮ ਤੇਰਾ ਹੋਏ ਜਾਂ ਮੇਰਾ ਹੈ, ਹਾਂ, ਮੇਰੇ ਤੋਂ ਕੀ ਭਾਲਦਾ ਜੀ, ਉੱਪਰ ਹੀ ਰੱਖਦੇ ਆ, ਉਹ ਅਸਲੀ ਹੈ, ਉਹ ਅਸਲੀ ਹੈ। ਤੇ ਉਹਨਾਂ ਦੀ ਇਹ ਦੇਣ ਹੈ ਸਾਰੀ। ਤੇ ਉਹਨਾਂ ਦੇ ਕੱਪੜਿਆਂ ਦਾ ਰੰਗ ਦੇਖਿਓ ਜਾ ਕੇ ਕਦੇ ਜੋਗੀ ਜੀ, ਚਿੱਟਾ ਹੋ, ਵਾਹ ਜੀ ਵਾਹ, 7 ਹੀ ਰੰਗ ਸਮੂਏ, 7 ਰੰਗ। ਜਦੋਂ ਸਾਹ ਅੰਤ ਤਾਂ ਕਹਿੰਦੇ ਸੰਤ ਬਣ ਗਿਆ। ਵਾਹ ਜੀ ਵਾਹ, ਸਾਰੀਆਂ ਚੀਜ਼ਾਂ ਦਾ ਅੰਤ ਜਦੋਂ ਹੋ ਜਾਂਦਾ ਉਦੋਂ ਬਣਦਾ ਸਾਹ ਅੰਤ, ਸੰਤ ਬਣ ਜਾਂਦਾ। ਤੇ ਉਹ 7 ਰੰਗਾਂ ਦੇ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਉਹਨਾਂ ਰੰਗਾਂ ਦੇ ਵਿੱਚ ਮਿਕਸ ਰੱਖ ਕੇ ਵਾਈਟ ਰੱਖਣਾ। ਔਰ ਵਾਈਟ ਕਲਰ ਇੱਕ ਐਸਾ ਕਲਰ ਹੈ ਜੇ ਉੱਤੇ ਮਾੜਾ ਜਿਹਾ ਵੀ ਕਾਲਾ ਜਿਹਾ ਨਿਸ਼ਾਨ ਪੈ ਗਿਆ ਤਾਂ ਤੁਹਾਨੂੰ ਸਾਰਾ ਵਾਈਟ ਨਹੀਂ ਦਿਸੂਗਾ, ਸਿਰਫ ਕਾਲਾ ਨਿਸ਼ਾਨ ਚਮਕੂਗਾ, ਬਿਲਕੁਲ ਨਿਸ਼ਾਨ ਚਮਕੂਗਾ। ਤੇ ਉਹਨਾਂ ਦੇ ਕੋਲ ਇੱਕ ਚੈਲੰਜ ਹੈ ਵੀ ਆਪਣੀ ਜ਼ਿੰਦਗੀ ਨੂੰ ਕਿਵੇਂ ਪਾਕ ਤੇ ਸਵੱਛ ਰੱਖਣਾ ਹੈ, ਤੇ ਕੋਈ ਇਸ ਤਰ੍ਹਾਂ ਕਰਕੇ ਉਹ ਨਿਸ਼ਾਨ ਜਿਹੜਾ ਕੋਈ ਲਾ ਨਾ ਜਾਵੇ ਤੇ ਕੋਈ ਉਸ ਲੱਗੇ ਹੋਏ ਨਿਸ਼ਾਨ ਦੇਖ ਨਾ ਜਾਵੇ। ਵਾਹ ਜੀ ਵਾਹ, ਬਹੁਤ ਅੱਛੀ ਵਿਗਿਆਨ ਹੈ ਨਾ ਜਿਹੜਾ। ਹਾਂ, ਉਦਾਹਰਨਾਂ ਦੇ ਨਾਲ ਦੇਖੋ ਇਹ ਕਿੱਧਰੋਂ ਕਿੱਧਰ ਤੁਸੀਂ ਗੱਲ ਲੈ ਕੇ ਗਏ ਔਰ ਕਿੰਨੀ ਡੂੰਘੀ ਗੱਲ ਤੁਸੀਂ ਸਾਨੂੰ ਸਮਝਾਈ ਆ। ਅੱਛਾ, ਬਲਬ ਵਾਲਾ ਜਿਹੜਾ ਤੁਸੀਂ ਰੱਖਿਆ ਬਲਬ, ਇਹ ਵੀ ਬਾਬੇ ਬੜੇ ਟਰੈਕ ਵਰਤਦੇ ਆ। ਇਹ ਦੇਖੋ, ਇਹ ਇਨਵਰਟਰ ਬਲਬ ਹੈ। ਅਸਲ ਦੇ ਵਿੱਚ ਇਹ ਐਸੇ ਬਲਬ ਹੈ ਜਿਹੜੇ ਕਿ ਆਪਣੇ ਮੁਲਕ 'ਚ ਬਣੇ, ਮੇਕ ਇਨ ਇੰਡੀਆ ਪ੍ਰੋਜੈਕਟ ਸਾਡਾ ਜਦੋਂ ਚੱਲਿਆ, ਇਹ ਇਨਵਰਟਰ ਬਲਬ। ਅੱਛਾ ਜੀ, ਇਸ 'ਚ ਕੋਈ ਐਸੀ ਕਰਾਮਾਤ ਨਹੀਂ ਹੋਇਆ ਕਰਦੀ ਕਿ ਜੀ ਆ ਜੀ ਬਗੈਰ ਤਾਰ ਤੋਂ ਬਲਬ ਜਗਾਤਾ। ਅੱਛਾ, ਇਹ ਅਸੀਂ ਬਗੈਰ ਤਾਰ ਤੋਂ ਕਿਵੇਂ ਜਗਾ ਦਿੰਨੇ ਆ? ਦੇਖੋ, ਮੇਰੇ ਕੋਲ ਕੋਈ ਏਸੀ ਸਪਲਾਈ ਨਹੀਂ ਹੈ, ਪਰ ਤੁਸੀਂ ਇੱਥੇ ਪੜ੍ਹ ਸਕਦੇ ਹੋ ਵੀ ਇੱਥੇ ਲਿਖਿਆ 220 240 ਵੋਲਟ ਏਸੀ, 50 ਹਰਟਜ਼ ਇਹਦੀ ਫ੍ਰੀਕੁਐਂਸੀ ਹੈ, ਏਸੀ ਹੈ। ਜੇ ਇਹਨੂੰ ਤੁਸੀਂ ਕਿਤੇ ਲਗਾਓਗੇ ਨਾ ਹੋਲਡਰ ਦੇ ਵਿੱਚ, ਉੱਥੇ ਜਗੂਗਾ। ਅੱਛਾ, ਤੇ ਇਹੀ ਬੱਲਬ ਮੇਰੇ ਮੱਥੇ ਤੇ ਲਾ ਕੇ, ਮੇਰੇ ਇਹਦੇ ਨਾਲ ਲਾ ਕੇ ਜਗ ਰਿਹਾ। ਤੇ ਤੁਸੀਂ ਹੁਣ ਕਿਤੇ ਮੇਰੇ ਪੈਰੀ ਨਾ ਪੈ ਜਾਓ, ਬਾਬਾ ਜੀ ਬਹੁਤ ਪਹੁੰਚੇ ਹੋਏ। ਮੈਂ ਤਾਂ ਆਪ ਪੁੱਛਾਂ, ਕੋਈ ਲੈਣ ਨੂੰ ਫਿਰਦਾ ਸੀਗਾ। ਤੋ ਇਹ ਜਿਹੜਾ ਹੈ ਨਾ ਵੀ ਇਸ ਦੇ ਵਿੱਚ ਕੀ ਹੈ ਕਿ ਕੈਪੈਸਿਟਰ ਲੱਗਿਆ, ਇੱਕ ਚਾਰਜੇਬਲ ਬੈਟਰੀ ਲੱਗੀ ਹੈ, ਰੀਚਾਰਜ ਹੋ ਜਾਣਾ, ਉਸਨੇ ਸਟੋਰ ਕਰ ਲੈਣਾ, ਉਹਦਾ ਸਿਧਾਂਤ ਕੈਪੈਸਿਟਰ ਦਾ ਆ ਜਾਣਾ ਸਾਡੇ ਕੋਲ, ਹੈ ਨਾ ਜੀ। ਤੇ ਉਹ ਜਿਹੜੀ ਸਟੋਰਡ એનર્ਜੀ ਹੈ ਉਸਨੂੰ ਅਸੀਂ ਕਿਵੇਂ ਅਸੀਂ ਬਾਅਦ ਦੇ ਵਿੱਚ ਯੂਜ਼ ਕਰ ਲੈਣਾ, ਸਰਕਟ ਕੰਪਲੀਟ ਕਰਨਾ ਹੈ। ਹੁਣ ਸਾਡੀ ਬਾਡੀ ਗੁੱਡ ਕੰਡਕਟਰ ਹੈ, ਸਾਡੀ ਬਾਡੀ ਦੀ ਜਿਹੜੀ ਵੋਲਟੇਜ ਹੈ 0 ਵੋਲਟੇਜ ਹੈ, ਸਾਡੀ ਧਰਤੀ ਹੈ ਉਹ 0 ਵੋਲਟ ਤੇ ਹੈ, ਠੀਕ ਹੈ। ਜਿੰਨਾ ਮਰਜ਼ੀ ਇਹਦੇ 'ਚ ਪਾ ਦਿਓ, ਜਿੰਨਾ ਮਰਜ਼ੀ ਇਹਦੇ 'ਚੋਂ ਕੱਢ ਲਓ, ਤੇ ਸਾਡੀ ਬਾਡੀ ਵੀ 0 ਤੇ ਹੈ। ਲੇਕਿਨ ਇਸ ਦੇ ਵਿੱਚ ਜਦੋਂ ਕੋਈ ਕਰੰਟ ਵੱਜਦਾ ਨਾ ਜੀ ਕਿਸੇ ਨੂੰ, ਤਾਂ ਉਸ ਵਕਤ ਇਸ ਦੇ ਵਿੱਚੋਂ ਜਦੋਂ ਉਹ ਚਾਰਜ ਫਲੋ ਕਰਦਾ, ਉਹ ਇੰਨੀ ਉਹਦੀ ਸਪੀਡ ਹੁੰਦੀ ਹੈ ਕਿ ਉਹ ਖੂਨ ਨੂੰ ਸੜਦਾ ਹੀ ਤੁਰਿਆ ਚੱਲਦਾ। ਤਾਂ ਇਸ ਕਰਕੇ ਸਾਡੀ ਬਾਡੀ ਹੈ ਜਿਹੜੀ ਉਹ ਖੂਨ ਤੇ ਕੰਮ ਕਰ ਰਹੀ ਹੈ, ਦਿਲ ਪੰਪ ਕਰਨਾ ਬੰਦ ਕਰ ਦਿੰਦਾ ਤੇ ਅਸੀਂ ਉਸ ਦੇ ਵਿੱਚ ਨੁਕਸਾਨ ਹੁੰਦਾ ਹੈ। ਹੁਣ ਕਈ ਵਾਰੀ ਇਹ ਗੱਲਾਂ ਚੱਲਦੀਆਂ ਸਾਡੇ ਕੋਲ ਵੀ ਇਹ ਜਿਹੜੀ ਬਿਜਲੀ ਹੈ ਇਹ ਬਣੀ ਕਿਵੇਂ ਹੈ, ਹਨਾ ਜੀ। ਵੀ ਅਸੀਂ ਤਾਂ ਇਹ ਕਹਿੰਦੇ ਕਿ ਪਾਣੀ ਤੋਂ ਬਿਜਲੀ ਬਣਦੀ ਹੈ ਜੀ, ਬਸ ਇੰਨਾ ਹੀ ਸਾਨੂੰ। ਇੱਥੇ ਇਹ ਵੀ ਪ੍ਰਚਾਰਿਆ ਗਿਆ ਵੀ ਦੇਖੋ ਲੋਕੋ, ਜਦੋਂ ਭਾਖੜਾ ਡੈਮ ਬਣਿਆ ਨਾ, ਮੈਂ ਸੁਣੀ ਹੈ ਗੱਲ ਸਿਆਣਿਆਂ ਤੋਂ, ਉਹ ਕਹਿੰਦੇ ਵੀ ਉਦੋਂ ਕਹਿੰਦੇ ਹੁੰਦੇ ਸੀਗੇ ਉਹ ਵੀ ਇਹਨਾਂ ਨੇ ਬਿਜਲੀ ਕੱਢ ਲੈਣੀ ਹੈ ਵਿੱਚੋਂ, ਫੋਕਾ ਪਾਣੀ ਦੇਣਗੇ, ਫੋਕਾ ਪਾਣੀ ਦੇਣਗੇ, ਉਹ ਸਾਡੀਆਂ ਫਸਲਾਂ ਕਿੱਦਾਂ ਹੋਣਗੀਆਂ? ਉਹ ਭਾਈ ਉਹ ਫੋਕਾ ਪਾਣੀ ਨਹੀਂ ਹੈ,
ਡੈਮ ਦੇ ਵਿੱਚ ਜਿਹੜਾ ਪਾਣੀ ਇਕੱਠਾ ਹੋਇਆ ਹੈ ਉਸ ਨੇ ਟਰਬਾਈਨਾਂ ਦੇ ਉੱਤੇ ਡਿੱਗਣਾ ਹੈ। ਟਰਬਾਈਨਾਂ ਤੇ ਡਿੱਗ ਕੇ ਟਰਬਾਈਨਾਂ ਨੂੰ ਘੁਮਾ ਦੇਣਾ ਹੈ। ਤੇ ਘੁਮਾਉਣ ਦਾ ਸਿਧਾਂਤ ਹੁਣੇ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਚੁੰਬਕੀ ਖੇਤਰ ਦੇ ਵਿੱਚ ਜਦੋਂ ਵੱਡੀਆਂ ਵੱਡੀਆਂ ਤਾਰਾਂ ਘੁੰਮਣਗੀਆਂ ਤਾਂਬੇ ਦੀਆਂ ਤੇ ਬਿਜਲੀ ਪੈਦਾ ਹੋ ਜਾਣੀ ਹੈ। ਉਹ ਪਾਣੀ ਨੇ ਤਾਂ ਸਿਰਫ ਟਰਬਾਈਨ ਨੂੰ ਘੁਮਾਇਆ ਤੇ ਅੱਗੇ ਚਲਾ ਗਿਆ ਨਹਿਰ ਦੇ ਵਿੱਚ। ਸਿਰਫ ਟਰਬਾਈਨ ਨੂੰ ਘੁਮਾਉਣ ਦਾ ਕੰਮ ਕਰਦਾ ਹੋਰ ਇਹ ਨਹੀਂ ਉਹਨੂੰ ਮਧਾਣੀ ਲਾਈ ਆ ਕੋਈ ਰਿੜਕੀ ਜਾਣਾ ਉਹਨੂੰ। ਹਾਂ, ਹੁਣ ਗੱਲ ਇਹ ਹੈ ਵੀ ਉਹ ਜਿਹੜਾ ਬਿਜਲੀ ਬਣੀ ਹੈ ਉਹ ਬਣੀ ਹੈ ਇਲੈਕਟ੍ਰੋਨਾਂ ਤੋਂ ਜੀ। ਹੁਣ ਜਿਹੜਾ ਸੂਖਮਤਾਈ ਦੀ ਜੇ ਅਸੀਂ ਗੱਲ ਕਰੀਏ ਜੀ ਤਾਂ ਮੈਂ ਤੁਹਾਨੂੰ ਇੱਥੇ ਇਹ ਵੀ ਦਿਖਾ ਦਾਂ ਕਿ ਆਹ ਮੈਂ ਇੱਕ ਬਿੰਦੂ ਲਾਇਆ, ਮੇਰੇ ਖਿਆਲ ਤੇ ਤੁਹਾਨੂੰ ਨਜ਼ਰ ਆ ਰਿਹਾ ਹੋਊ। ਜੀ ਜੀ ਆਹ ਦੇਖੋ ਇਹ ਬਿੰਦੂ ਲਾਇਆ, ਨਜ਼ਰ ਆ ਰਿਹਾ। ਮੈਂ ਇੱਕ ਹੋਰ ਬਿੰਦੂ ਲਾ ਦਿੰਨਾ, ਸ਼ਾਇਦ ਤੁਹਾਨੂੰ ਇਹ ਵੀ ਨਜ਼ਰ ਆ ਰਿਹਾ ਹੋਊ ਜੀ। ਮੈਂ ਇੱਕ ਹੋਰ ਲਾ ਦਿੰਨਾ, ਥੋੜਾ ਜਿਹਾ ਇਹ ਵੀ ਨਜ਼ਰ ਆ ਰਿਹਾ। ਮੈਂ ਇੱਕ ਹੋਰ ਲਾ ਦਿੰਨਾ, ਪਰ ਉਹ ਨਜ਼ਰ ਨਹੀਂ ਆ ਰਿਹਾ। ਲਾਇਆ ਹੈ ਮੈਂ, ਟੱਚ ਕੀਤਾ ਲੇਕਿਨ ਉਹ ਨਜ਼ਰ ਨਹੀਂ ਆ ਰਿਹਾ। ਉਹ ਬਿੰਦੂ ਜਿਹੜਾ ਹੈ ਲੇਕਿਨ ਨਜ਼ਰ ਨਹੀਂ ਆ ਰਿਹਾ, ਉਸ ਦੇ ਵਿੱਚ 1 ਲੱਖ ਪਰਮਾਣੂ। ਅੱਛਾ, 1 ਲੱਖ। ਵਿਗਿਆਨੀ ਤੁਸੀਂ ਕਹੋ ਜੀ 1 ਲੱਖ ਗੱਪਾਂ ਮਾਰਦੇ ਹੋਣੇ, ਐ ਕਿਵੇਂ ਗਿਣ ਲੈਂਦੇ? ਸਾਡਾ ਗਿਣਨ ਦਾ ਤਰੀਕਾ ਵੀ ਤੁਹਾਨੂੰ ਅੱਜ ਦੱਸ ਦਿੰਦੇ ਆ ਵੀ ਅਸੀਂ ਵਿਗਿਆਨੀ ਗਿਣਦੇ ਕਿਵੇਂ ਆ। ਵੀ ਆਹ ਚੀਜ਼ ਇੰਨੀ ਜਗ੍ਹਾ ਦੇ ਵਿੱਚ ਇੰਨੀਆਂ ਚੀਜ਼ਾਂ ਆਉਂਦੀਆਂ ਤੇ ਇੰਨੀ ਜਗ੍ਹਾ 'ਚ ਕਿੰਨੀਆਂ ਆਉਣਗੀਆਂ। ਖਿੱਤੇ ਬਣਾ ਲੈਣੇ ਅਸੀਂ ਇਸ ਦੇ, ਸਾਨੂੰ ਪਤਾ ਲੱਗ ਜਾਂਦਾ ਵੀ ਟੋਟਲ 1 ਲੱਖ ਕਿਵੇਂ ਹੋ ਗਿਆ। ਜਿਵੇਂ ਗੌਸ ਨੇ ਦੱਸਤਾ ਸੀਗਾ ਵੀ 1 ਤੋਂ 100 ਤੱਕ ਐਂ ਦੱਸਦਾ ਸੀ, ਇਦਾਂ ਹੀ ਹੋਣੀ। ਸਹੀ ਗੱਲ। ਤੇ ਇਹਨੂੰ ਗੱਲ ਨੂੰ ਇਦਾਂ ਨਾ ਮੰਨੋ, ਜਿਹੜਾ ਪ੍ਰਕਾਸ਼ ਹੈ ਸੂਰਜ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਤੇ 3 ਲੱਖ ਕਿਲੋਮੀਟਰ 1 ਸਕਿੰਟ 'ਚ ਆ ਰਿਹਾ। 1 ਸਕਿੰਟ 'ਚ ਕੋਈ ਦੁਨੀਆ ਦੀ ਐਸੀ ਚੀਜ਼ ਨਹੀਂ ਹੈ ਜਿਹੜੀ ਉਹਦੀ ਗਤੀ ਦਾ ਮੁਕਾਬਲਾ ਕਰ ਸਕੇ, ਇੰਨੀ ਸਪੀਡ। ਹੁਣ ਵਿਗਿਆਨੀਆਂ ਨੇ ਕੀ ਕੀਤਾ ਵੀ ਉਹ ਬਿੰਦੂ ਜਿਹੜਾ ਨਜ਼ਰ ਨਹੀਂ ਆ ਰਿਹਾ ਉਹਦੇ 'ਚ 1 ਲੱਖ ਹੈ ਅੱਗੇ ਪਰਮਾਣੂ, ਉਹਨਾਂ ਦੇ ਵਿੱਚੋਂ ਇੱਕ ਪਰਮਾਣੂ ਇੱਕ ਦੇਖਿਆ 1 ਲੱਖ ਚੋਂ ਇੱਕ। ਤੁਸੀਂ ਅੰਦਾਜ਼ਾ ਲਾਓ ਵੀ 1 ਲੱਖ ਚੋਂ ਇੱਕ ਕਿੰਨਾ ਹੋਰ ਛੋਟਾ ਹੋਊਗਾ। ਬਿਲਕੁਲ। ਉਸ ਇੱਕ ਦੇ ਵਿੱਚ ਵੜ ਗਏ, ਉਸ ਇੱਕ ਦੇ ਵਿੱਚ ਵੜ ਕੇ ਕਹਿੰਦੇ ਜੀ ਇਹਦੇ ਵਿੱਚ ਇੱਕ ਨਿਊਕਲੀਅਸ ਹੈ। ਮੈਂ ਥੋੜਾ ਵੱਡਾ ਕਰਕੇ ਦਿਖਾ ਦਾਂ ਦਰਸ਼ਕਾਂ ਨੂੰ ਵੀ ਇਹ ਇੱਕ ਨਿਊਕਲੀਅਸ ਹੈ ਤੇ ਇਹਦੇ ਆਲੇ ਦੁਆਲੇ ਜਿਹੜੇ ਇਲੈਕਟ੍ਰੋਨ ਹੈ ਤੇ ਇਸ ਦੇ ਵਿੱਚ ਪ੍ਰੋਟੋਨ ਤੇ ਨਿਊਟਰਨ ਬੈਠੇ। ਫਿਰ ਅੱਗੇ ਇੱਥੇ ਨਹੀਂ ਗੱਲ ਮੁਕਾਉਂਦੇ, ਕਹਿੰਦੇ ਜੀ ਇਹ ऋण ਚਾਰਜ ਹੈ, ਇਹ ਧਨ ਚਾਰਜ ਹੈ, ਇਹਨਾਂ ਤੇ ਕੋਈ ਚਾਰਜ ਹੀ ਨਹੀਂ ਹੈ। ਅੱਛਾ। ਤੇ ਜਿਹੜੇ ਕਹਿੰਦੇ ਆ ਨਾ ਜੀ ਧਰਮ ਤੇ ਵਿਗਿਆਨ ਦੋ ਵੱਖਰੀਆਂ ਪੈਰਲਲ ਲਾਈਨਾਂ ਹੈ, ਉਹ ਮੈਂ ਕਹਿੰਦਾ ਹੁੰਦਾ ਤੁਸੀਂ ਪੜ੍ਹ ਕੇ ਤਾਂ ਦੇਖੋ। ਇਹ ਕੀ ਹੈ ਜੀ, ਇਹ ਕੀ ਹੈ ਉਹ, ਇਹ ਕੀ ਹੈ ਡੀ, ਗੋਡ। ਇਹ ਜਨਰੇਟਰ ਹੈ, ਓਪਰੇਟਰ ਹੈ, ਡਿਸਟਰੋਇਰ ਹੈ ਜੀ। ਇੱਕ ऋण ਹੈ, ਇੱਕ ਧਨ ਹੈ, ਇੱਕ ਬੈਠਾ ਤਮਾਸ਼ਾ ਦੇਖ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇਂ ਚਲਾਵੇ, ਜਿਵ ਹੋਵੇ ਫਰਮਾਨ ਉਹ ਵੇਖ ਹੈ, ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਣ। ਬਸ ਇਸ ਵਡਾਣ ਨੂੰ ਹੀ ਜਿਹੜੀ ਸਾਡੀ ਵਿਗਿਆਨ ਉਹ ਲੱਭਦਾ ਫਿਰਦਾ। ਵਿਗਿਆਨ ਜਿਹੜਾ ਹੈ ਨਾ ਇਹ ਸਾਨੂੰ ਸੱਚਾਈਆਂ ਨੂੰ ਖੋਜ ਕੇ ਦੱਸ ਰਿਹਾ ਵੀ ਆਹ ਗੱਲ ਸਹੀ ਹੈ, ਪਰ ਅਸੀਂ ਮੁਨਕਰ ਨਹੀਂ ਹੋ ਸਕਦੇ। ਅਸੀਂ ਮੁਨਕਰ ਹੋ ਗਏ ਆ, ਅਸੀਂ ਤਾਂ ਮੰਨਦੇ ਨਹੀਂ। ਅਸੀਂ ਤਾਂ ਨਹੀਂ ਨਾ ਮੰਨਦੇ ਕਿਉਂਕਿ ਜੇ ਅਸੀਂ ਮੰਨ ਲਈ ਤਾਂ ਫੇਰ ਤਾਂ ਸਾਡਾ ਮਤਲਬ ਵੀ ਕਿਸੇ ਨੂੰ ਬੁੱਧੂ ਬਣਾਵਾਂਗੇ ਜੀ। ਬੁੱਧੂ ਬਣਾਉਣ ਦੇ ਲਈ ਉਹਦੇ ਕੋਲ ਗਿਆਨ ਵਿਹੂਣਾ ਹੋਣਾ ਚਾਹੀਦਾ ਉਹ ਵਿਅਕਤੀ, ਦੂਜਾ ਜਿਹਨੂੰ ਬੁੱਧ ਬਣਾਉਣਾ ਚਾਹੁੰਦਾ, ਠੀਕ ਹੈ ਨਾ। ਇਸੇ ਲਈ ਜੇ ਕਿਸੇ ਕੋਲ 4 ਅੱਖਰ ਗਿਆਨ ਦੇ ਆ ਜਾਂਦੇ ਉਹ ਕਿਸੇ ਨੂੰ ਦਿੰਦਾ ਨਹੀਂ ਹੈ, ਕਹਿੰਦਾ ਜੀ ਮੇਰੇ ਤੋਂ ਅੱਗੇ ਲੰਘ ਜੂਗਾ, ਵੰਡਦਾ ਨਹੀਂ। ਹਾਂ, ਵੰਡਦਾ ਨਹੀਂ ਹੈ। ਤੇ ਜਦ ਕਿ ਇਹ ਇੱਕ ਨੁਕਤਾ ਹੈ ਕਿ ਗਿਆਨ ਵੰਡਣ ਦੇ ਨਾਲ ਵੱਧਦਾ। ਜੇ ਤੁਸੀਂ ਗਿਆਨ 'ਚ ਵਾਧਾ ਕਰਨਾ ਚਾਹੁੰਦੇ ਹੋ ਵੰਡਣਾ ਸ਼ੁਰੂ ਕਰ ਦਿਓ। ਬਿਲਕੁਲ ਠੀਕ ਹੈ, ਕਿਤੇ ਗਲਤੀ ਹੋ ਗਈ ਹੁਣ ਦਰੁਸਤ ਕਰ ਲਿਆ ਜਾਊਗਾ। ਜ਼ਰੂਰੀ ਤਾਂ ਨਹੀਂ ਹੈ ਵੀ ਮੈਂ ਪਰਫੈਕਟ ਹਾਂ। ਵਿਗਿਆਨ ਨੇ ਇਹ ਗੱਲ ਮੰਨੀ ਹੈ ਵੀ ਟਿਲ ਡੇਟ, ਉਹ ਹਰ ਖੋਜ ਦੇ ਵਿੱਚ ਲਿਖਦੇ ਆ ਟਿਲ ਡੇਟ ਇਟ ਇਜ਼ ਟਰੂ। ਅੱਜ ਦੀ ਤਰੀਕ ਤੱਕ ਇਹ ਸੱਚ ਹੈ, ਵੀ ਕੱਲ ਨੂੰ ਬਦਲ ਵੀ ਸਕਦਾ ਹੈ। ਬਦਲੀਆਂ ਬਹੁਤ ਚੀਜ਼ਾਂ ਬਦਲੀਆਂ ਵੀ ਅੱਜ ਤੱਕ ਇਹ ਸੱਚ ਹੈ। ਕੱਲ ਨੂੰ ਨਵੀਂ ਥਿਊਰੀ ਆ ਗਈ, ਉਹ ਕਹਿਣਗੇ ਨਹੀਂ ਜੀ ਇਹ ਤਾਂ ਇਸ ਤਰ੍ਹਾਂ ਹੁੰਦਾ ਸੀ। ਜੇ ਉਸਨੇ ਵੈਰੀਫਾਈ ਕਰਤਾ ਉਸ ਤਰ੍ਹਾਂ ਹੀ ਮੰਨਿਆ ਜਾਊਗਾ। ਬਿਲਕੁਲ ਜੀ। ਜਿਵੇਂ ਜੇ ਜੋ ਟੈਲੀਫੋਨ ਪਹਿਲਾਂ ਬਣਿਆ ਸੀ ਆਪਾਂ ਉਹਦੇ ਨਾਲ ਹੀ ਚੱਲਦੇ ਰਹਿੰਦੇ ਤੇ ਅੱਜ ਆ ਸੈਲੂਲਰ ਫੋਨ ਨਾ ਹੁੰਦੇ ਸਾਡੇ ਕੋਲ। ਬਿਲਕੁਲ ਹੈ ਨਾ ਜੀ। ਤੇ ਇੱਕ ਮੈਂ ਪਾਣੀ ਦੀ ਬੋਤਲ ਦੇਖ ਰਿਹਾ, ਉਹਦੇ ਨਾਲ ਸਾਨੂੰ ਕੀ ਸਿਖਾਉਣਾ ਤੁਸੀਂ? ਦੇਖੋ ਇਹ ਪਾਣੀ ਦੀ ਬੋਤਲ ਦੇ ਵਿੱਚ ਆਪਾਂ ਇਹ ਦੇਖਦੇ ਹਾਂ ਵੀ ਇਹ ਪਾਣੀ ਹੈ ਨਾ ਜਿਹੜਾ, ਇਹ ਪਾਣੀ ਬੜੀਆਂ ਵੱਡੀਆਂ ਕਰਾਮਾਤਾਂ ਕਰਦਾ ਹੈ ਜੀ। ਮੈਂ ਕਹਿੰਦਾ ਕਰਾਮਾਤ ਹੀ ਸਾਰੀ ਇਹਦੀ ਹੈ ਨਾ, ਸਾਰੀ ਦੇਖੋ ਜਿਹੜੇ 5 ਤੱਤ ਹੈ। ਮੈਂ ਫੇਰ ਤੁਹਾਨੂੰ ਇੱਥੇ ਇੱਕ ਹੋਰ ਸਾਥੀਆਂ ਨੂੰ ਗੱਲ ਦੱਸਦਾ ਵੀ ਜੇ ਕਿਸੇ ਨੇ ਭਗਵਾਨ ਦੇ ਦਰਸ਼ਨ ਕਰਨੇ ਆ ਤਾਂ ਆ ਜਾਇਆ ਕਰੋ ਮੇਰੇ ਕੋਲ। ਅਸੀਂ ਕਿਉਂਕਿ ਅਸੀਂ ਵਿਗਿਆਨੀ ਹੁੰਦੇ ਹਾਂ, ਅਸੀਂ ਕੋਈ ਪਖੰਡ ਨਹੀਂ ਕਰਦੇ ਹਾਂ, ਅਸੀਂ ਸੱਚਾਈ ਦੱਸਦੇ ਹਾਂ ਔਰ ਤੁਹਾਨੂੰ ਕਰਕੇ ਦਿਖਾਉਂਦੇ ਹਾਂ। ਤੁਹਾਡਾ ਮਨ ਮੰਨੇ ਤਾਂ ਦੇਖ ਲਿਓ। ਅਸੀਂ ਪ੍ਰਤੱਖ ਕਹਿੰਦੇ ਹਾਂ ਵੀ ਤੁਹਾਨੂੰ ਭਗਵਾਨ ਦਿਖਾ ਦਿੰਦੇ ਹਾਂ। ਤੁਸੀਂ ਭਗਵਾਨ ਕਿਹਨੂੰ ਸਮਝਦੇ ਹੋ ਸਾਨੂੰ ਇਹ ਨਹੀਂ ਪਤਾ ਹੈ, ਪਰ ਜਿਸ ਨੂੰ ਅਸੀਂ ਭਗਵਾਨ ਸਮਝਦੇ ਹਾਂ ਜੇ ਤੁਸੀਂ ਕਿਤੇ ਉਸ ਨੂੰ ਭਗਵਾਨ ਸਮਝ ਲਿਆ ਤਾਂ ਤੁਹਾਡੀ ਜ਼ਿੰਦਗੀ ਸਫਲ ਹੋ ਜੂਗੀ। ਵਾਹ। ਦੇਖੋ
ਫਿਰ ਅਸੀਂ ਲਿਖਣ ਤੋਂ ਨਹੀਂ ਅਸੀਂ ਰੁਕ ਸਕਦੇ। ਲਿਖਣ ਦਾ ਕੰਮ ਤੁਹਾਡਾ ਬਹੁਤ ਲਿਖਣ ਦਾ ਕੰਮ ਤਾਂ ਸਾਰਾ ਹੀ ਹੈ। ਦੇਖੋ ਮੈਂ ਹੁਣ ਤੁਹਾਨੂੰ ਜੋਗੀ ਜੀ ਤੁਹਾਡੇ ਤੇ ਬਹੁਤ ਪ੍ਰਸੰਨ ਅੱਜ ਤੁਹਾਨੂੰ ਮੈਂ ਭਗਵਾਨ ਦੇ ਦਰਸ਼ਨ ਕਰਾਉਣ ਜਾ ਰਿਹਾ। ਜੇ ਹੋ ਗਏ ਤੁਹਾਨੂੰ ਦਰਸ਼ਨ ਤਾਂ ਤੁਸੀਂ ਦੱਸ ਦੇਣਾ, ਸਾਡੇ ਦਰਸ਼ਕਾਂ ਨੂੰ ਵੀ ਦੱਸ ਦੇਣਾ ਵੀ ਮੈਂ ਭਗਵਾਨ ਦੇ ਅੱਜ ਦਰਸ਼ਨ ਕਰਕੇ ਆਇਆ। ਵਾਹ, ਇਹ ਆ ਲਓ ਜੀ, ਇਹ ਹੈ ਜੀ ਸਾਡਾ ਭਗਵਾਨ। ਲੋ ਕਰੋ ਦਰਸ਼ਨ, ਫਿਰ ਮੈਂ ਦਰਸ਼ਕਾਂ ਨੂੰ ਵੀ ਕਰਾ ਦਾਂ। ਕਰਾਓ। ਦੱਸੋ ਭਗਵਾਨ ਹੈ ਕੋਈ ਹੋਰ ਹੈ? ਭਗਵਾਨ ਹੀ ਹੈ। ਭਗਵਾਨ ਹੀ ਹੈ। ਲੋ ਦਰਸ਼ਕੋ ਤੁਸੀਂ ਵੀ ਕਰ ਲਓ। ਆ ਹੈ ਭਗਵਾਨ। ਤੁਸੀਂ ਕਹੋ ਜੀ ਅੱਛਾ ਇਹ ਲਿਖੇ ਹੋਏ ਨੇ ਭਗਵਾਨ? ਉਹ ਭਾਈ ਇਹ ਤਾਂ ਭਗਵਾਨ ਲਿਖਿਆ ਸੀ, ਪਰ ਇਹਦੇ ਅੱਖਰ ਅੱਖਰ ਦੇ ਵਿੱਚ ਵਸਿਆ ਹੋਇਆ ਹੈ। ਭੱਬਾ ਭੂਮੀ ਹੈ, ਗੱਗਾ ਗਗਨ ਹੈ, ਵਾਵਾ ਵਾਯੂ ਹੈ, ਕੰਨਾ ਅਗਨੀ ਹੈ, ਆੜਾ ਅਗਨੀ, ਨੰਨਾ ਨੀਰ ਹੈ। ਵਾਹ, ਇਹ ਪੰਜ ਤੱਤਾਂ ਦਾ ਸਾਰਾ ਖੇਲ ਰਚਿਆ ਹੋਇਆ। ਪੰਜ ਤੱਤ ਕਾ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਵਾਹ, ਪੰਜਾਂ ਤੱਤਾਂ ਦਾ ਸਾਰਾ ਸਿਸਟਮ ਚੱਲ ਰਿਹਾ। ਪੰਜਾਂ ਤੱਤਾਂ 'ਚ ਹੀ ਸਮਾ ਜਾਣਾ, ਪੰਜਾਂ ਤੱਤਾਂ ਤੋਂ ਹੀ ਬਣੇ ਆ। ਤੇ ਕਰ ਲਓ ਦਰਸ਼ਨ, ਬਚਾ ਲਓ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਵਾਹ ਜੀ। ਤੇ ਗੱਲ ਤਾਂ ਉੱਥੇ ਹੀ ਹੈ ਨਾ ਵੀ ਇਸ ਨੂੰ ਸਮਝਣਾ ਹੈ ਜੀ। ਸਮਝਣ ਤੋਂ ਅਸੀਂ ਮੁਨਕਰ ਹਾਂ। ਅਸੀਂ ਮੱਥਾ ਤਾਂ ਟੇਕਦੇ ਹਾਂ ਜੀ, ਪਰ ਮੰਨਦੇ ਨਹੀਂ। ਮੰਨੇ ਨਹੀਂ, ਸੱਚੀ ਗੱਲ। ਤੇ ਗੁਰੂ ਸਾਹਿਬ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਵਾਹ, ਜਿਹਨੇ ਮੰਨ ਲਿਆ ਉਹਦੇ ਤਾਂ ਕਹਿੰਦੇ ਕਿਆ ਕਹਿਣੇ। ਸਹੀ ਗੱਲ ਹੈ। ਤੇ ਇਸੇ ਲਈ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕੀਤਾ, ਮਾਤਾ ਪਿਤਾ ਦਾ ਕਿਹਾ ਮੰਨਿਆ, ਵੱਡਿਆਂ ਦਾ ਸਤਿਕਾਰ ਕੀਤਾ, ਵੱਡਿਆਂ ਦਾ ਕਿਹਾ ਮੰਨਿਆ, ਜ਼ਿੰਦਗੀ ਦੇ ਵਿੱਚ ਉੱਚੇ ਹੀ ਦਿਖੇ, ਕਦੇ ਨੀਵਾਂ ਨਹੀਂ ਹੋਣਾ ਪਿਆ। ਬਿਲਕੁਲ ਸਹੀ। ਤਾਂ ਇਹ ਜਿਹੜਾ ਪਾਣੀ ਹੈ ਨਾ ਜੀ, ਇਸ ਪਾਣੀ ਦੇ ਵਿੱਚ ਜੇ ਮੈਂ ਤੁਹਾਨੂੰ ਦਿਖਾਵਾਂ ਕਿ ਆਹ ਪੈਨਸਲ ਹੈ ਮੇਰੇ ਕੋਲ ਜੀ, ਦੇਖੋ, ਤਾਂ ਹੁਣ ਤੁਸੀਂ ਦੇਖੋਗੇ ਨਾ ਤਾਂ ਤੁਹਾਨੂੰ ਪੈਨਸਲ ਟੁੱਟੀ ਹੋਈ ਨਜ਼ਰ ਆਊਗੀ। ਮੈਂ ਕੈਮਰਾਮੈਨ ਸਾਥੀ ਨੂੰ ਕਹੂੰਗਾ ਵੀ ਫੋਕਸ ਕਰਕੇ ਦਿਖਾਣ ਵੀ ਇਹ ਟੁੱਟ ਗਈ। ਜੇ ਮੈਂ ਪਹਿਲਾਂ ਹੀ ਇਹਨੂੰ ਪਾ ਕੇ ਰੱਖਾਂ ਤੇ ਤੁਸੀਂ ਕਹੋ ਜੀ ਇਹ ਤਾਂ ਟੁੱਟੀ ਹੋਈ ਹੈ, ਕੱਢੋ ਜੋਗੀ ਜੀ ਇਸ ਨੂੰ ਪੈਨਸਲ ਨੂੰ ਬਾਹਰ, ਕਿੱਥੋਂ ਟੁੱਟੀ ਹੈ ਦਿਖਾਓ। ਕੀਤੀ ਹੋਈ ਨਹੀਂ। ਤੇ ਹੁਣ ਤੁਸੀਂ ਇਹਨੂੰ ਜਾਦੂ ਕਹਤਾ? ਨਾ ਨਾ ਨਾ, ਇਹ ਵਿਗਿਆਨ ਦਾ ਇੱਕ ਰਹੱਸ ਹੈ। ਵਿਗਿਆਨ ਨੇ ਸਾਨੂੰ ਖੋਜ ਕੇ ਦੱਸਿਆ ਵੀ ਇਹ ਇੱਥੋਂ ਜੇ ਆ ਕੇ ਟੇਢੀ ਕਿਉਂ ਹੋਈ ਹੈ। ਲੱਗਦੀ ਹੈ ਵੀ ਟੁੱਟੀ ਹੋਈ ਹੈ ਉਹ। ਹਾਂ, ਤੇ ਹੁਣ ਵਿਗਿਆਨੀਆਂ ਨੇ ਇਸ ਨੂੰ ਸਿੱਧ ਕਰਤਾ। ਕਹਿੰਦੇ ਜੀ ਇੱਥੇ ਆਲੇ ਦੁਆਲੇ ਸਾਡੇ ਕੋਲ ਹਵਾ ਹੈ, ਤੇ ਹਵਾ 'ਚ ਜਿਹੜੀ ਪ੍ਰਕਾਸ਼ ਦੀ ਗਤੀ ਹੈ ਉਹ 3 ਲੱਖ ਕਿਲੋਮੀਟਰ 1 ਸਕਿੰਟ 'ਚ ਹੈ। ਤੇ ਇਹਦੇ 'ਚ ਜਾ ਕੇ 2,25,000 ਰਹਿ ਜਾਂਦੀ ਹੈ, ਪਾਣੀ 'ਚ ਜਾ ਕੇ ਸਲੋ ਹੋ ਜਾਂਦਾ, ਘਟ ਜਾਂਦੀ। ਜਦੋਂ ਘਟ ਗਈ ਤਾਂ ਉਸਨੇ ਕਿਰਨਾਂ ਉਹਦੀਆਂ ਮੁੜ ਗਈਆਂ, ਵਿਜ਼ਨ ਹੀ ਹੋਰ ਹੋ ਗਿਆ। ਜੇ ਹੁਣ ਇੱਥੇ ਹਨੇਰਾ ਕਰਦੀ ਅਸੀਂ, ਇਹ ਦਿਖਣੋਂ ਹੀ ਬੰਦ ਹੋ ਜਾਊਗਾ। ਤੇ ਜਿਹੜੇ ਲੋਕ ਇਹ ਕਹਿੰਦੇ ਆ ਨਾ ਵੀ ਅੱਖਾਂ ਨਾਲ ਦੇਖ ਲੈ, ਅੱਖਾਂ ਨਾਲ ਦਿਸਦਾ ਨਹੀਂ। ਅੱਖਾਂ ਤਾਂ ਇੱਕ ਯੰਤਰ ਹੈ ਜੋ ਦਿਖਾਉਣ ਦੇ ਵਿੱਚ ਸਹਾਇਤਾ ਕਰਦੀਆਂ। ਅੱਖਾਂ ਦੇਖਦੀਆਂ ਨਹੀਂ ਕਦੇ ਵੀ। ਅੱਛਾ, ਅੱਖਾਂ ਦਿਖਾਉਣ 'ਚ ਸਹਾਇਤਾ ਕਰਦੀਆਂ। ਤੇ ਇੱਥੇ ਹੀ ਤੁਸੀਂ ਬੈਠੇ ਬੈਠੇ ਹੁਣੇ ਹਨੇਰਾ ਕਰ ਦਿਓ, ਤੁਸੀਂ ਉਹ ਬੈਠੇ ਰਹੋ, ਇੱਕ ਮਿੰਟ ਅੱਖਾਂ ਤਾਂ ਖੁੱਲੀਆਂ ਪਰ ਤੁਹਾਨੂੰ ਦਿਸਦਾ ਕੁਝ ਨਹੀਂ ਹੈ। ਥੋੜੀ ਦੇਰ ਬਾਅਦ ਦਿਸਣ ਲੱਗਦਾ, ਕਿਉਂਕਿ ਬਾਹਰਲਾ ਚਾਨਣਾ ਫਿਰ ਅੰਦਰ ਐਂਟਰ ਕਰਨ ਲੱਗ ਜਾਂਦਾ। ਪੁਤਲੀ ਦਾ ਸੁੰਗੜਨਾ, ਪੁਤਲੀ ਦਾ ਫੈਲਣਾ, ਇਹ ਸਾਰੀਆਂ ਚੀਜ਼ਾਂ ਵਿਗਿਆਨ ਸਾਨੂੰ ਦੱਸ ਰਿਹਾ ਹੈ ਕਿ ਸਾਡੇ ਅੰਦਰ ਕੀ ਹੈ, ਸਾਡੇ ਬਾਹਰ ਕੀ ਹੈ। ਸਾਰਾ ਕੁਝ ਦੱਸਿਆ ਜਾ ਰਿਹਾ ਹੈ ਵੀ ਜੇ ਸਰੀਰ ਦੇ ਵਿੱਚ ਪਾਣੀ 70% ਹੈ, ਧਰਤੀ ਦੇ ਵੀ 70% ਹੈ, ਪੂਰੀ ਧਰਤੀ ਸਫਾਈ ਪਈ ਹੈ। ਵਾਹ, ਤਾਂ ਕਮਾਲ ਹੀ ਇਹ ਕਮਾਲ ਹੈ, ਇਸ ਤੋਂ ਉੱਪਰ ਕੁਝ ਨਹੀਂ ਹੈ। ਹੁਣ ਆਹ ਜਿਹੜੀ ਚੀਜ਼ ਹੈ, ਜਦੋਂ ਆਰਕੀਮੀਡੀਜ਼ ਨੇ ਇਹ ਦੱਸਿਆ ਵੀ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਤੈਰਦੀਆਂ, ਕੁਝ ਡੁੱਬ ਜਾਂਦੀ, ਕੁਝ ਹਿੱਸਾ ਡੁੱਬ ਗਿਆ, ਕੁਝ ਤੈਰੀ ਜਾਂਦਾ ਜੀ। ਇਹ ਕੀ ਭੇਤ ਹੈ? ਇਹ ਆਰਕੀਮੀਡੀਜ਼ ਕਹਿੰਦਾ ਕਿ ਜਦੋਂ ਕੋਈ ਚੀਜ਼ ਨੂੰ ਜੇ ਅਸੀਂ ਧਿਆਨ ਨਾਲ ਦੇਖੀਏ ਨਾ ਜੀ, ਕੈਮਰਾਮੈਨ ਸਾਥੀ ਨੂੰ ਕਹੂੰਗਾ ਵੀ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰਨਗੇ ਆਹ ਲੈਵਲ ਤੇ, ਕਿ ਜਦੋਂ ਮੈਂ ਇਸ ਨੂੰ ਇਹਦੇ ਵਿੱਚ ਡੁਬਾਉਂਗਾ ਨਾ ਤਾਂ ਲੈਵਲ ਵਧੂਗਾ। ਦੇਖਿਓ ਜੋਗੀ ਜੀ, ਤੁਸੀਂ ਵੀ ਨੇੜੇ ਹੋ ਕੇ ਦੇਖੋ ਜੀ, ਵੱਧ ਗਿਆ ਪਾਣੀ ਦਾ ਲੈਵਲ, ਵੱਧ ਗਿਆ ਨਾ, ਵੱਧ ਗਿਆ ਜੀ। ਆਰਕੀਮੀਡੀਜ਼ ਦਾ ਸਿਧਾਂਤ ਹੈ। ਆਰਕੀਮੀਡੀਜ਼ ਕਹਿੰਦਾ ਜਦੋਂ ਵੀ ਕਿਸੇ ਚੀਜ਼ ਨੂੰ ਤੁਸੀਂ ਪਾਣੀ 'ਚ ਲੈ ਕੇ ਜਾਂਦੇ ਹੋ ਤਾਂ ਉਹ ਪਾਣੀ ਨੂੰ ਸਾਈਡਾਂ ਤੋਂ ਪਰਾਂ ਕਰਦੀ ਹੈ ਤੇ ਪਾਣੀ ਉਹਨੂੰ ਉੱਤੇ ਨੂੰ ਚੱਕਦਾ। ਜੇ ਤਾਂ ਪਾਣੀ ਨੇ ਉਹਨੂੰ ਉੱਤੇ ਨੂੰ ਚੱਕਤਾ ਤਾਂ ਤੈਰਦੀ ਰਹੂਗੀ, ਜੇ ਉਹ ਚੀਜ਼ ਨੇ ਪਾਣੀ ਨੂੰ ਧੱਕਤਾ ਤਾਂ ਡੁੱਬ ਜੂਗੀ। ਕਿੱਡਾ ਵੱਡਾ ਸਿਧਾਂਤ ਇੱਕ ਆਰਕੀਮੀਡੀਜ਼ ਦੇ ਗਿਆ ਸਾਨੂੰ। ਵਾਹ, ਪੱਥਰ ਡੁੱਬ ਜਾਂਦਾ, ਇਨਸਾਨ ਕਈ ਵਾਰ ਤਰਦਾ ਰਹਿੰਦਾ, ਔਰ ਜੇ ਇਨਸਾਨ ਤਰਨਾ ਨਾ ਜਾਵੇ ਤੇ ਉਹ ਵੀ ਡੁੱਬ ਜਾਂਦਾ। ਬਿਲਕੁਲ। ਤੋਂ ਇਸ ਕਰਕੇ ਇਹ ਜਿਹੜੇ ਸਿਧਾਂਤ ਹੈ ਨਾ ਜੀ, ਇਹ ਵਿਗਿਆਨੀਆਂ ਦੀ ਦੇਣ ਹੈ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਜੀ ਕਿ ਉਹਨਾਂ ਨੇ ਇਹ ਚੀਜ਼ਾਂ ਲੱਭ ਕੇ ਸਿੱਧ ਕਰਕੇ ਦੱਸੀਆਂ, ਔਰ ਨਾਲ ਇਹ ਕਹਿਤਾ ਵੀ ਅੱਜ ਤੱਕ ਇਹ ਸਾਡਾ ਅਸੀਂ ਜੋ ਕਰਤਾ ਸਹੀ ਹੈ, ਕੱਲ ਨੂੰ ਜੇ ਤੁਸੀਂ ਨਵਾਂ ਕਰੋਗੇ ਲਿਆਓ, ਕੋਈ ਇਹ ਨਹੀਂ ਕਿਹਾ ਵੀ ਹਾਂ ਜੋ ਅਸੀਂ ਕਰਤਾ ਸਹੀ ਵੀ ਉਹੀ ਸਹੀ ਹੈ। ਹੁਣ ਤੁਸੀਂ ਦੇਖੋ ਕਿ ਇਸ ਦੇ ਵਿੱਚ ਆ ਤੁਹਾਨੂੰ ਦਿਖਾਵਾਂਗੇ ਹੁਣ ਅਸੀਂ ਰੋਸ਼ਨੀ ਦੇ ਨਾਲ, ਕਿ ਇਸ ਦੇ ਵਿੱਚ ਮੈਂ ਇੱਕ ਲਾਈਟ ਮਾਰਦਾ, ਇਸ ਨੂੰ ਲੇਜ਼ਰ ਲਾਈਟ ਕਿਹਾ ਜਾਂਦਾ।
ਇਹ ਤੁਸੀਂ ਦੇਖ ਰਹੇ ਹੋਵੋਗੇ ਜੀ। ਤੇ ਇਸ ਦੇ ਵਿੱਚ ਇਹ ਲਾਈਟ ਦੇ ਜਾਣ ਦੇ ਨਾਲ ਹੀ ਇਸ ਦੇ ਵਿੱਚ ਜਿਹੜੇ ਕਣ ਹੈ ਨਾ ਉਹ ਤੁਹਾਨੂੰ ਨਜ਼ਰ ਆਣੇ ਸ਼ੁਰੂ ਹੋ ਜਾਣਗੇ। ਦਿਸਦੇ ਬਿਲਕੁਲ, ਕਿਤੇ ਕਿਤੇ ਤਾਰਿਆਂ ਵਾਂਗੂ ਤੁਹਾਨੂੰ ਚਮਕਦੇ ਦਿਸਣਗੇ। ਚਮਕਦੇ ਤਾਰਿਆਂ ਵਾਂਗੂ ਤੁਹਾਨੂੰ ਚਮਕਦੇ ਦਿਸਣਗੇ। ਤੇ ਫਿਰ ਇਹ ਲਾਈਟ ਦਾ ਮੁੜਨਾ ਵੀ ਹੁਣ ਤੁਹਾਨੂੰ ਦਿਖਾ ਦਿੰਨੇ ਅਸੀਂ ਵੀ ਲਾਈਟ ਹੈ ਜਿਹੜੀ ਇਹ ਆਹ ਦੇਖੋ, ਇਹ ਦੇਖੋ ਜੋਗੀ ਜੀ, ਬਿਲਕੁਲ ਬਿਲਕੁਲ ਇਹ ਮੁੜ ਗਈ ਨਾ। ਹਾਂ ਹਾਂ ਹਾਂ। ਤੇ ਪਾਣੀ ਦੀ ਕਰਾਮਾਤ ਇਹ ਹੈ ਵੀ ਇਹ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਮੋੜ ਦਿੰਦਾ। ਆਹ ਦੇਖੋ, ਸੱਚਮੁੱਚ ਉਹ ਕਣ ਵੀ ਸਾਨੂੰ ਦਿਖਾਈ ਦੇ ਰਹੇ, ਕਣ ਵੀ ਦਿਖਾਈ ਦੇ ਰਹੇ ਆ। ਤੇ ਆ ਜਿਹੜਾ ਹੁਣ ਸਿਧਾਂਤ ਹੈ ਨਾ ਜੀ ਮੁੜਨ ਦਾ, ਇਸ ਮੁੜਨ ਦੇ ਸਿਧਾਂਤ ਦੇ ਨਾਲ ਸਾਡੇ ਜਿਹੜੇ ਇਹ ਮੋਬਾਈਲ ਹੈ ਉਹ ਕੰਮ ਕਰ ਰਹੇ। ਇੱਕ ਜਗ੍ਹਾ ਤੋਂ ਬੈਠੇ ਦੂਜੀ ਜਗ੍ਹਾ ਤੱਕ ਸਾਡਾ ਸੰਦੇਸ਼ ਪਹੁੰਚਾਉਣ ਦੇ ਲਈ ਆ ਲਾਈਟ ਜ਼ਿੰਮੇਵਾਰ ਹੈ। ਤੇ ਆ ਜਿਹੜਾ ਆਪਟੀਕਲ ਫਾਈਬਰ ਹੈ, ਨਰਿੰਦਰ ਸਿੰਘ ਕਪਿਆਨੀ ਜਿਹੜੇ ਇਹਦੇ ਕਰਤਾ ਧਰਤਾ, ਉਹਨਾਂ ਨੇ ਕਰਕੇ ਦਿਖਾਇਆ ਵੀ ਜਦੋਂ ਹੀ ਲਾਈਟ ਜਾਊਗੀ, ਮਤਲਬ ਸਕਿੰਟ ਤਾਂ ਬਹੁਤ ਵੱਡੀ ਚੀਜ਼ ਹੈ ਜੀ। ਬਸ ਮੈਂ ਇੱਥੋਂ ਔਨ ਕਰਦਾ ਤੇ ਉੱਥੇ ਪਹੁੰਚੀ ਪਈ ਆ, ਪਹੁੰਚੀ ਪਈ ਹੈ ਧੁਰ। ਸਹੀ ਗੱਲ ਹੈ ਜੀ। ਅੱਗੇ ਫੀਨੋਮੀਨਨ ਨੂੰ ਅਸੀਂ ਫਿਰ ਸਮਝਾਉਂਦੇ ਆ ਵੀ ਇਹਨੂੰ ਟੋਟਲ ਇੰਟਰਨਲ ਰਿਫਲੈਕਸ਼ਨ, ਸੰਪੂਰਨ ਅੰਦਰੂਨੀ ਪਰਿਵਰਤਨ ਕਿਹਾ ਜਾਂਦਾ। ਵਾਹ, ਸੰਪੂਰਨ ਸਾਰੀ ਦੀ ਸਾਰੀ ਲਾਈਟ, ਸਾਰੀ ਦੀ ਸਾਰੀ ਬਿਲਕੁਲ ਵੀ ਵੇਸਟ ਨਹੀਂ ਹੋਈ ਹੈ, ਲਾਸ ਨਹੀਂ ਹੈ। ਅੰਦਰੂਨੀ, ਅੰਦਰ ਹੀ ਅੰਦਰ ਪਰਿਵਰਤਨ, ਇੱਕ ਸੱਤਾ ਨਾਲ ਟਕਰਾ ਕੇ ਵਾਪਸ ਦੂਜੀ ਨਾਲ ਟਕਰਾ ਕੇ ਫਿਰ ਵਾਪਸ, ਫਿਰ ਵਾਪਸ, ਫਿਰ ਵਾਪਸ, ਫਿਰ ਵਾਪਸ, ਉਸੇ ਸੱਤਾ ਨਾਲ ਟਕਰਾ ਕੇ ਵਾਪਸ ਆਉਣ ਨੂੰ ਪਰਿਵਰਤਨ ਕਿਹਾ ਜਾਂਦਾ। ਤਾਂ ਉਹ ਦੱਸੋ ਸਾਇੰਸ ਔਖੀ ਕਿੱਧਰੋਂ ਹੈ? ਸੰਪੂਰਨ ਅੰਦਰੂਨੀ ਪਰਿਵਰਤਨ। ਕੀ ਬਾਤ ਹੈ। ਦੇਖੋ ਇਹ ਸਾਇੰਸ ਦਾ ਵਿਸ਼ਾ ਜਿਹੜਾ ਆ ਉਹ ਮੈਨੂੰ ਤੇ ਬਹੁਤ ਜ਼ਿਆਦਾ, ਮੈਂ ਤਾਂ ਦੇਖੋ ਸਾਡੇ ਨਾ ਲੈਬੋਰਟਰੀ ਦੇ ਵਿੱਚ ਇੱਕ ਪਿੰਜਰ ਜਿਹਾ ਟੰਗਿਆ ਹੁੰਦਾ ਸੀਗਾ, ਅਸੀਂ ਉਹ ਤੋਂ ਡਰਦੇ ਰਹੇ ਸਾਰੀ ਉਮਰ ਕਿ ਯਾਰ ਇਹ ਹੁਣ ਸਾਨੂੰ ਪੜ੍ਹਨਾ ਪੈਣਾ, ਇਹ ਸਾਰਾ ਕੁਝ ਇਹਨੇ ਦੱਸਣਾ ਆ। ਪਰ ਜੇਕਰ ਇਸ ਤਰੀਕੇ ਦੇ ਨਾਲ ਪੜ੍ਹਾਇਆ ਜਾਵੇ, ਸਮਝਾਇਆ ਜਾਵੇ ਤਾਂ ਕੁਝ ਵੀ ਔਖਾ ਨਹੀਂ। ਪਰ ਚੱਕਰ ਇਹ ਹੈ ਨਾ ਕਿ ਹੁਣ ਡਾਕਟਰ ਜਸਵਿੰਦਰ ਸਿੰਘ ਵਰਗੇ ਕਿੰਨੇ ਕੁ ਹੋਣਗੇ? ਨਹੀਂ, ਮੇਰੇ ਤੋਂ ਉੱਪਰ ਵੀ ਬਹੁਤ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਵਰਗੇ ਕਿੰਨੇ ਕੁ ਹੋਣਗੇ, ਮੇਰੇ ਤੋਂ ਉੱਤੇ ਕਿੰਨੇ ਕੁ ਹੋਣਗੇ। ਮੈਂ ਇਹ ਦੇਖਦਾ ਹਮੇਸ਼ਾ ਕਿ ਉਹਨਾਂ ਨੂੰ ਆਪਾਂ ਫੋਲੋ ਕਰੀਏ, ਕਿ ਉਹ ਜਿਹੜੇ ਲੋਕ ਹੈ ਉਹ ਸਾਡੇ ਤੋਂ ਅੱਗੇ ਹੈ ਤਾਂ ਅਸੀਂ ਉਹਨਾਂ ਨੂੰ ਫੋਲੋ ਕਰਨਾ। ਹਮੇਸ਼ਾ ਮੈਂ ਇੱਕ ਸਿਧਾਂਤ ਦਿੰਦਾ ਹੁੰਦਾ ਕਿ ਆਹ ਉਂਗਲੀ ਹੈ ਜਿਹੜੀ, ਇਸ ਨੂੰ ਮੈਂ ਹੁਣ ਛੋਟੀ ਕਰਨੀ ਕਰਕੇ ਦਿਖਾਊਂਗਾ ਤੁਹਾਨੂੰ, ਛੋਟੀ ਕਰੂੰਗਾ। ਅੱਛਾ, ਇਹ ਛੋਟੀ ਕਰੂੰਗਾ ਬਗੈਰ ਕੱਟੇ ਵੱਡੇ, ਇਹ ਛੋਟੀ ਕਰਕੇ ਦਿਖਾ ਦੇਣੀ ਉਹਨੇ ਤੁਹਾਨੂੰ। ਅੱਛਾ ਜੀ, ਆ ਲਓ ਜੀ, ਤੁਸੀਂ ਦੱਸੋ ਵੀ ਇਹ ਛੋਟੀ ਹੈ ਕਿ ਵੱਡੀ ਹੈ? ਛੋਟੀ ਹੈ ਜੀ। ਮੰਨ ਗਏ ਨਾ? ਮੰਨ ਗਏ। ਐ ਬਣਾਈਦਾ। ਦੇਖੋ ਇਹ ਛੋਟੀ ਹੈ, ਕਦੋਂ ਛੋਟੀ ਹੋਈ? ਜਦੋਂ ਇਹਦੇ ਸਾਹਮਣੇ ਲਿਆ ਕੇ ਮੈਂ ਵੱਡੀ ਖੜੀ ਕਰਤੀ। ਹਾਂ, ਤਾਂ ਫਿਰ ਮੈਂ ਜਸਵਿੰਦਰ ਸਿੰਘ ਨਹੀਂ ਇਹ ਗੱਲ ਕਹਿ ਰਿਹਾ ਵੀ ਇਹ ਛੋਟੀ ਹੈ, ਜੋਗੀ ਜੀ ਕਹਿ ਰਹੇ ਆ ਵੀ ਇਹ ਛੋਟੀ ਹੈ। ਬਿਲਕੁਲ। ਉਹ ਭਾਈ ਭਲੇ ਲੋਕੋ, ਕਿਸੇ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਨਾ ਕਰੋ। ਹਿੰਮਤ ਹੈ, ਉੱਚੇ ਹੋ ਜਾਓ, ਉਸ ਤੋਂ ਆਪੇ ਛੋਟਾ ਰਹਿ ਜਾਊਗਾ। ਤੁਹਾਨੂੰ ਵੀ ਦੱਸਣ ਦੀ ਲੋੜ ਨਹੀਂ ਹੈ ਛੋਟਾ ਰਹਿ ਗਿਆ, ਸਮਾਜ ਦੱਸੂਗਾ ਵੀ ਇਹ ਛੋਟਾ ਹੈ। ਵਾਹ, ਬਹੁਤ ਪਤੇ ਦੀ ਗੱਲ, ਬਹੁਤ ਟਿਕਾਣੇ ਦੀ ਗੱਲ। ਆਹ ਚੀਜ਼ਾਂ ਜਿਹੜੀਆਂ ਨਾ, ਜੇ ਮੇਰੇ ਖਿਆਲ 'ਚ ਮੇਰੇ ਵਿਦਿਆਰਥੀ ਕੋਲ ਪਹੁੰਚ ਜਾਣ ਤਾਂ ਕੀ ਕਦੇ ਵਿਦਿਆਰਥੀ ਹੇਰਾਫੇਰੀ ਕਰ ਲੂਗਾ? ਨਹੀਂ। ਉਹ ਕਹੂਗਾ ਮੈਂ ਆਪਣੀ ਮਿਹਨਤ ਨਾਲ ਬਣਿਆ ਯਾਰ, ਹੈ, ਮੇਰੇ ਆਪਣੇ ਨੰਬਰ ਹੈ, ਮੇਰੇ ਕੋਲ ਗੁਣ ਹੈ, ਮੇਰੇ ਕੋਲ ਗਿਆਨ ਹੈ, ਮੇਰੇ ਕੋਲ ਕਲਾ ਹੈ, ਮੇਰੇ ਤੋਂ ਸਿੱਖੋ ਤੁਸੀਂ ਆ। ਸਹੀ। ਜਿਹੜਾ ਬੰਦਾ ਚੋਰੀ ਨਾਲ ਬਣਿਆ ਹੋਊਗਾ ਉਹ ਚੋਰੀ ਉਹ ਫੈਲਾਊਗਾ ਜੀ, ਜਿਹੜਾ ਬੰਦਾ ਗਿਆਨ ਨਾਲ ਬਣਿਆ ਹੋਊਗਾ ਉਹ ਗਿਆਨ ਹੀ ਫੈਲਾਊਗਾ। ਤੋ ਇਸ ਕਰਕੇ ਸਾਨੂੰ ਇਹ ਮੈਸੇਜ ਦੇਣਾ ਬਣਦਾ ਹੈ ਕਿ ਅਸੀਂ ਨੇ ਦੁਨੀਆ ਦੇ ਵਿੱਚ ਆ ਕੇ ਸਹੀ ਕੰਮ ਕਰਨੇ ਆ ਔਰ ਸਹੀ ਕੰਮਾਂ ਦੇ ਉੱਤੇ ਕਾਇਮ ਰਹਿਣਾ। ਬਿਲਕੁਲ ਜੀ। ਔਰ ਸਹੀ ਕੰਮਾਂ ਦੇ ਉੱਪਰ ਜਿਹੜਾ ਬੰਦਾ ਕਾਇਮ ਰਹਿ ਗਿਆ ਉਹ ਦੁਨੀਆ ਦੇ ਉੱਪਰ ਆਪਣਾ ਵੀ ਨਾਮ ਬਣਾ ਕੇ ਜਾਏਗਾ ਔਰ ਦੁਨੀਆ ਨੂੰ ਬਹੁਤ ਕੁਝ ਦੇ ਕੇ ਵੀ ਜਾਊਗਾ। ਬਿਲਕੁਲ। ਔਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੰਨਾ ਵਿਗਿਆਨ ਦਾ ਬੋਲਬਾਲਾ ਆ, ਪਰ ਫਿਰ ਵੀ ਮੈਂ ਮੁੜ ਕੇ ਫਿਰ ਉੱਥੇ ਆਉਣਾ। ਆਪਾਂ ਬਹੁਤਾ ਸਮਾਂ ਨਹੀਂ ਹੁਣ ਤੁਹਾਡਾ ਲੈਣਾ, ਕਿਉਂਕਿ ਇਹ ਵੀ ਇੱਕ ਵਿਗਿਆਨਿਕ ਹੀ ਸੋਚ ਹੈ ਕਿ ਜਦੋਂ ਬੰਦਾ ਘੜੀ ਦੇਖਣ ਲੱਗ ਪਵੇ ਉਹਨੇ ਜਾਣਾ ਆ। ਤੇ ਕਹਿਣ ਦਾ ਮਤਲਬ ਇਹ ਹੈ ਕਿ ਕੁਝ ਬਾਬੇ, ਮੈਂ ਫਿਰ ਉੱਥੇ ਹੀ ਆਉਣਾ ਕਿਉਂਕਿ ਉਹ ਸਾਡੇ ਦਿਮਾਗ ਦੇ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੈ। ਉਹ ਪਰਚਾ ਜਿਹਾ ਲਿਖਦੇ ਆ, ਉਹ ਸਾਹਮਣੇ ਆਉਂਦੇ ਆ ਲੋਕ ਤੇ ਉਹਨਾਂ ਦੀ ਮਨ ਦੀਆਂ ਗੱਲਾਂ ਦੱਸੀ ਜਾਂਦੇ ਆ। ਇਹਨੂੰ ਤੁਸੀਂ ਕੀ ਕਹਿੰਦੇ ਹੋ? ਇਹ ਦੇਖੋ ਸਰ, ਇਹ ਗਣਿਤ ਵਿੱਦਿਆ, ਚਾਹੇ ਤੁਸੀਂ ਜੋ, ਮੈਂ ਜੋਗੀ ਜੀ ਤੁਹਾਨੂੰ ਕਹਿੰਦਾ ਤੁਸੀਂ ਕੋਈ ਨੰਬਰ ਸੋਚ ਲਓ। ਅੱਛਾ ਜੀ। ਸੋਚ ਲਓ, ਮੈਨੂੰ ਨਾ ਦੱਸਿਓ, ਤੁਸੀਂ ਦਿਲ 'ਚ ਸੋਚ ਲਓ। ਸੋਚ ਲਿਆ ਜੀ। ਸੋਚ ਲਿਆ ਨਾ ਜੀ? ਉਹਦੇ 'ਚ 7 ਜੋੜ ਲਓ। ਜੋੜ ਦਿੱਤਾ ਜੀ। ਉਹਨੂੰ 2 ਨਾਲ ਗੁਣਾ ਕਰ ਦਿਓ। ਕਰ ਦਿੱਤਾ ਜੀ। 4 ਘਟਾ ਦਿਓ। ਕਢਾ ਲਿਆ ਜੀ। ਕਿੰਨਾ ਆ ਗਿਆ ਉਹ ਮੈਨੂੰ ਦੱਸ ਦਿਓ, ਨੰਬਰ ਮੈਂ ਦੱਸ ਦੂੰਗਾ ਤੁਹਾਡਾ। 24 ਆ ਗਿਆ ਜੀ। 24 ਆ ਗਿਆ ਜੀ। ਤਾਂ ਤੁਸੀਂ 7 ਸੋਚਿਆ ਸੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਹੁਣ ਸੋਚਦੇ ਜੋਗੀ ਜੀ ਐ, ਪਤਾ ਮੈਨੂੰ ਲੱਗ ਗਿਆ ਉਹ ਭਾਈ ਮੈਥਮੈਟਿਕਸ ਹੈ, ਇਕੁਏਸ਼ਨ ਬਣਾਤੀ ਮੈਂ
ਜਿਵੇਂ ਜਿਵੇਂ ਉਹਨਾਂ ਤੋਂ ਕਰਾਇਆ ਉਵੇਂ ਉਵੇਂ ਅਖੀਰ ਦੇ ਵਿੱਚ ਜਦੋਂ ਮੈਂ ਉੱਤਰ ਦੱਸਿਆ ਨਾ ਤੇ ਉਹ ਕਹਿੰਦੇ 24 ਆ ਗਿਆ, ਮੈਂ 24 ਦਾ ਅੱਧਾ ਕਰ ਲਿਆ, 12 ਚੋਂ ਮੈਂ 5 ਘਟਾ ਲਏ। ਜਵਾਬ ਦੱਸਤਾ ਤੁਹਾਨੂੰ। ਕੀ ਬਾਤ ਹੈ ਜੀ। ਤੇ ਤੁਸੀਂ ਵੀ ਕਰ ਸਕਦੇ ਹੋ। ਅੱਛਾ, ਇਹ ਚੀਜ਼ ਤੁਸੀਂ ਵੀ ਕਰਕੇ ਦਿਖਾ ਸਕਦੇ ਹੋ ਕਿਸੇ ਨੂੰ। ਤੁਸੀਂ ਵੀ ਇਹੀ ਕੁਝ ਕਰਨਾ ਜੋ ਮੈਂ ਤੁਹਾਨੂੰ ਦੱਸਿਆ। ਤੇ ਇਕੁਏਸ਼ਨਾਂ ਬਣਾਉਣੀਆਂ ਸਿਖਾਈਏ। ਮੈਂ ਬੱਚਿਆਂ ਨੂੰ ਇਕੁਏਸ਼ਨਾਂ ਬਣਾਉਣੀਆਂ ਸਿਖਾਈਆਂ ਤੇ ਉਹ ਨਵੀਆਂ ਇਕੁਏਸ਼ਨਾਂ ਬਣਾ ਕੇ ਇੱਕ ਦੂਜੇ ਨੂੰ ਪੁੱਛਦੇ ਫਿਰਦੇ। ਵਾਹ। ਤੋ ਇਹਨਾਂ ਚੀਜ਼ਾਂ ਤੋਂ ਬਚਾਉਣ ਦੇ ਲਈ ਗਿਆਨ ਜ਼ਰੂਰੀ ਹੈ ਵੀ ਭਾਈ ਇਹ ਤਾਂ ਅੱਛਾ ਇਸ ਤਰ੍ਹਾਂ ਹੋ ਜਾਂਦੀ। ਠੀਕ ਹੈ ਨਾ। ਬਿਲਕੁਲ। ਹੁਣ ਹੱਥ ਆਪਾਂ ਰਗੜਦੇ ਆ ਜੀ, ਤੇ ਹੱਥਾਂ ਚੋਂ ਕੀ ਨਿਕਲੂਗਾ? ਹਮੇਸ਼ਾ ਸੇਕ ਜਾ ਨਿਕਲੂਗਾ। ਠੀਕ ਹੈ ਨਾ। ਹੁਣ ਉਹ ਜਿਹੜਾ ਸੇਕ ਨਿਕਲਦਾ ਉਹ ਸੇਕ ਗਿਆ ਕਿੱਥੇ? ਪਤੀਲਾ ਦੁੱਧ ਦਾ ਗਰਮ ਕਰਕੇ ਧਰਿਆ ਸੀ, 2 ਘੰਟਿਆਂ ਨੂੰ 4 ਘੰਟਿਆਂ ਨੂੰ ਠੰਡਾ ਹੁੰਦਾ ਠੰਡਾ ਹੋ ਗਿਆ, ਉਹ ਗਰਮੀ ਗਈ ਕਿੱਥੇ? ਜੀ, ਇਹ ਵਿਗਿਆਨ ਹੈ। ਤਾਂ ਇੰਨਾ ਆਹ ਦੇਖੋ, ਹੁਣ ਤੁਹਾਨੂੰ ਇੱਕ ਤਜਰਬਾ ਮੈਂ ਅਖੀਰ ਦੇ ਵਿੱਚ ਜਾਂਦੇ ਜਾਂਦੇ ਇੱਕ ਹੋਰ ਦਿਖਾਵਾਂ ਜੀ। ਨੁਕਤੇ ਦੀ ਗੱਲ ਹੈ ਵੀ ਆਹ ਮੇਰੇ ਕੋਲ ਗੁਬਾਰਾ ਹੈ ਤੇ ਇਸ ਗੁਬਾਰੇ ਦੇ ਵਿੱਚ ਮੈਂ ਹਵਾ ਭਰਦਾ ਤੇ ਇਸ ਨੂੰ ਤੁਹਾਡੇ ਸਾਹਮਣੇ ਗੱਠ ਮਾਰਦਾ। ਤੁਹਾਡੇ ਸਾਹਮਣੇ ਹਵਾ ਭਰੀ ਹੈ, ਇੱਥੋਂ ਦੀ ਹਵਾ ਹੈ, ਘਰੋਂ ਨਹੀਂ ਲੈ ਕੇ ਆਇਆ ਮੈਂ ਜੀ। ਠੀਕ ਹੈ ਨਾ। ਤਾਂ ਹੁਣ ਇਹ ਗੁਬਾਰਾ ਹੈ ਜਿਹੜਾ, ਮੈਂ ਇਸ ਨੂੰ ਕਹੂੰਗਾ ਗੁਬਾਰੇ ਹੱਥ ਨਾਲ ਚਿਪਕ ਜਾ, ਹੱਥ ਨਾਲ ਚਿਪਕ ਜਾਊਗਾ। ਅੱਛਾ, ਕੋਈ ਗੂੰਦ ਨਹੀਂ ਲਾਈ ਤੁਹਾਡੇ ਸਾਹਮਣੇ, ਕੁਝ ਨਹੀਂ ਲਾਇਆ, ਤੁਹਾਡੇ ਸਾਹਮਣੇ ਹਵਾ ਭਰੀ ਹੈ। ਹਵਾ ਤੁਸੀਂ ਭਰ ਕੇ ਦੇ ਦੋਗੇ ਤਾਂ ਵੀ ਮੈਂ ਕਰਕੇ ਦਿਖਾ ਦੂੰਗਾ। ਠੀਕ ਹੈ ਨਾ। ਤਾਂ ਤੁਸੀਂ ਦੇਖੋ ਵੀ ਜੇ ਤਾਂ ਮੈਂ ਇਸ ਤਰ੍ਹਾਂ ਕਰਦਾ, ਚਿਪਕਿਆ? ਨਹੀਂ ਚਿਪਕਿਆ। ਹੁਣ ਦੇਖੋ, ਹੁਣ ਇਹ ਸਿਧਾਂਤ ਕੀ ਕਹਿੰਦਾ ਸਾਡੀ ਕਿਤਾਬ ਦਾ? ਬਸ ਕਿਤਾਬ ਪੜ੍ਹਨੀ ਜ਼ਰੂਰੀ ਹੈ। ਆ ਤੁਹਾਡੇ ਸਾਹਮਣੇ ਉਹੀ ਹੱਥ ਆ, ਉਹੀ ਚਿਪਕ ਗਿਆ। ਬੜਾ ਵਧੀਆ। ਹੁਣ ਮੈਂ ਇਹਨੂੰ ਕਹਿਣਾ ਛੱਡ ਦੇ, ਉਹ ਕਹਿੰਦਾ ਨਾ ਮੈਂ ਨਾ ਛੱਡ। ਪਿਆਰ ਪੈ ਗਿਆ ਤੁਹਾਡੇ ਨਾਲ। ਇਹ ਵਿਗਿਆਨ ਹੈ ਜੀ। ਕਿਉਂਕਿ ਜਦੋਂ ਵਸਤੂਆਂ ਨੂੰ ਰਗੜਿਆ ਜਾਂਦਾ ਤਾਂ ਉਹਨਾਂ ਦੇ ਵਿੱਚੋਂ ਇਲੈਕਟ੍ਰੋਨ ਟਰਾਂਸਫਰ ਹੋ ਜਾਂਦੇ ਆ, ਉਹਨੂੰ ਚਾਰਜ ਕਿਹਾ ਜਾਂਦਾ। ਉਹ ਚਾਰਜ ਹੈ ਜਿਹੜਾ ਉਹ ਸਤਹ ਤੇ ਰਹਿੰਦਾ, ਉਹਨੂੰ ਇਲੈਕਟ੍ਰੋਸਟੈਟਿਕ ਕਿਹਾ ਜਾਂਦਾ। ਇਹੀ ਜਿਹੜਾ ਚਾਰਜ ਹੈ ਜਦੋਂ ਤਾਰਾਂ ਦੇ ਵਿੱਚ ਵਗਣ ਲੱਗ ਜਾਂਦਾ ਉਹਨੂੰ ਕਰੰਟ ਕਿਹਾ ਜਾਂਦਾ, ਜਿਸ ਨੂੰ ਅਸੀਂ ਬਿਜਲੀ ਦਾ ਨਾਮ ਦਿੱਤਾ ਹੋਇਆ। ਆਹ ਸਾਇੰਸ ਹੈ ਜੀ। ਬਿਲਕੁਲ ਜੀ। ਔਰ ਜੇ ਇਸੇ ਹੀ ਸਾਇੰਸ ਨੂੰ, ਇਸੇ ਹੀ ਵਿਗਿਆਨ ਨੂੰ ਆਪਾਂ ਸਮਝ ਲਈਏ ਤਾਂ ਸਾਡੀ ਜ਼ਿੰਦਗੀ ਸੌਖੀ ਹੋ ਜਾਏਗੀ। ਔਰ ਆਮ ਤੌਰ ਤੇ ਸਾਡੇ ਬੱਚੇ ਜਦੋਂ ਸਾਡੇ ਤੋਂ ਜਿਗਿਆਸਾ ਵਸ ਕੁਝ ਪੁੱਛਦੇ ਆ, ਕਈ ਵਾਰ ਵੱਡੇ ਲੋਕ ਕਹਿੰਦੇ ਰਹਿਣ ਦੇ, ਚੁੱਪ ਕਰ ਜਾ, ਤੂੰ ਬੋਲਦਾ ਬਹੁਤ ਹੈ, ਬਹੁਤ ਸਵਾਲ ਕਰਦਾ ਹੈ। ਇਹ ਕੋਈ ਸੁਨੇਹਾ ਦਿਓ ਇਹਨਾਂ ਲੋਕਾਂ ਵਾਸਤੇ ਕਿ ਬੱਚਿਆਂ ਨੂੰ ਵਿਗਿਆਨੀ ਕਿਵੇਂ ਬਣਾਉਣ। ਦੇਖੋ, ਬੱਚਿਆਂ ਦੇ ਵਿੱਚ ਬੜੀ ਕਿਉਰਿਓਸਿਟੀ ਹੁੰਦੀ ਹੈ। ਜੇ ਕੋਈ ਪ੍ਰਸ਼ਨ ਪੁੱਛਦਾ ਨਾ ਤਾਂ ਉਹਨੂੰ ਰੋਕਿਆ ਨਾ ਕਰੋ ਕਦੇ। ਆਹ ਮੇਰੀ ਗੱਲ ਨੋਟ ਕਰ ਲਿਓ ਕਿ ਵਿਦਿਆਰਥੀ ਦੇ ਪ੍ਰਸ਼ਨ ਅਧਿਆਪਕ ਦਾ ਸਰਮਾਇਆ। ਵਾਹ। ਉਹ ਸਾਡੀ ਪੂੰਜੀ ਹੈ। ਜੇ ਕੋਈ ਪ੍ਰਸ਼ਨ ਕਰਦਾ ਨਾ ਤੁਹਾਡੇ ਤੇ ਤਾਂ ਤੁਹਾਡੀ ਪੂੰਜੀ ਬਣ ਗਈ ਹੋਈ। ਜੇ ਤੁਹਾਡੇ ਰਸਤੇ ਦੇ ਵਿੱਚ ਕੋਈ ਰੁਕਾਵਟ ਖੜੀ ਕਰਦਾ, ਉਹਨੂੰ ਰੁਕਾਵਟ ਨਾ ਸਮਝੋ, ਉਹਨੂੰ ਚੈਲੰਜ ਸਮਝੋ। ਉਸ ਚੈਲੰਜ ਨੇ ਤੁਹਾਨੂੰ ਪਤਾ ਨਹੀਂ ਕਿੰਨਾ ਕੁਝ ਸਿਖਾ ਦੇਣਾ। ਤੇ ਜੇ ਚਾਰਜ ਨੂੰ ਅਸੀਂ ਫਲੋ ਕਰਾਈਏ ਤਾਰ ਦੇ ਵਿੱਚ ਤੇ ਅੱਗੇ ਰੈਜ਼ਿਸਟੈਂਸ ਨਾ ਹੋਵੇ ਤਾਂ ਚਾਰਜ ਅੱਗੇ ਚੱਲਦਾ ਹੀ ਨਹੀਂ ਹੈ ਜੀ। ਜ਼ਿੰਦਗੀ ਦੇ ਵਿੱਚ ਰੈਜ਼ਿਸਟੈਂਸ ਤਾਂ ਹੋਣਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਇੱਕ ਸੰਘਰਸ਼ ਦਾ ਨਾਮ ਹੈ ਤੇ ਸੰਘਰਸ਼ ਲੜਨ ਦੇ ਲਈ ਸਾਡੇ 'ਚ ਮਤਲਬ ਕਿ ਇਹ ਨਹੀਂ ਹੈ ਵੀ ਕੋਈ ਬਾਹਰੋਂ ਤਾਕਤ ਆ ਜਾਣੀ ਹੈ, ਤੇ ਸਾਡੇ ਅੰਦਰ ਹੀ ਤਾਕਤ ਹੈ। ਅੰਦਰਲੀ ਤਾਕਤ ਨੂੰ ਬਾਹਰ ਪ੍ਰਗਟ ਕਰਨਾ ਹੈ। ਬਸ ਇਹੀ ਇੱਕ ਵਿਗਿਆਨ ਦਾ ਕਹਿਣਾ ਆ। ਔਰ ਡਾਕਟਰ ਜਸਵਿੰਦਰ ਸਿੰਘ ਹੁਣਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਜ਼ਿੰਦਗੀ ਦੇ ਕੁਝ ਗੁੱਝੇ ਭੇਦ ਜਿਹੜੇ ਹੋ ਸਕਦਾ ਸੀ ਕਿ ਸ਼ਾਇਦ ਭੇਦ ਹੀ ਰਹਿ ਜਾਂਦੇ, ਔਰ ਅੱਜ ਸਾਨੂੰ ਉਹ ਗੱਲਾਂ ਦੱਸੀਆਂ ਕਿ ਸੱਚਮੁੱਚ ਅਸੀਂ ਆਪ ਖੁਦ ਚਾਨਣ ਮਹਿਸੂਸ ਕਰਦੇ ਹਾਂ ਕਿ ਇਹਨਾਂ ਦੀਆਂ ਗੱਲਾਂ ਇਹ ਸਿੱਖ ਕੇ, ਔਰ ਤੁਸੀਂ ਵੀ ਇਹ ਸਿੱਖ ਕੇ ਅੱਗੇ ਵੀ ਚਾਨਣ ਫੈਲਾਇਓ। ਔਰ ਦੀਵੇ ਨਾਲ ਦੀਵਾ ਜਦੋਂ ਜਗਦਾ ਜਾਊਗਾ ਤੇ ਸੱਚਮੁੱਚ ਇੱਕ ਦੀਵਾਲੀ ਵਰਗਾ ਮਾਹੌਲ ਹੋਊਗਾ। ਔਰ ਡਾਕਟਰ ਜਸਵਿੰਦਰ ਸਿੰਘ ਜੀ, ਤੁਸੀਂ ਸਾਡੇ ਨਾਲ ਇਹ ਸਮਾਂ ਬਿਤਾਇਆ, ਸਾਨੂੰ ਬਹੁਤ ਕੁਝ ਸਿਖਾਇਆ। ਸੱਚੀ ਤੁਹਾਡਾ ਬਹੁਤ ਦਿਲੀ ਧੰਨਵਾਦ ਹੈ ਜੀ। ਤੁਹਾਡਾ ਵੀ ਬਹੁਤ ਧੰਨਵਾਦ ਹੈ। ਲਾਈਵ ਪੰਜਾਬੀ ਜੋ ਬਾਹਰਲੇ ਮੁਲਕਾਂ 'ਚ ਵੀ ਔਰ ਸਾਡੇ ਆਪਣੇ ਮੁਲਕ 'ਚ ਤਾਂ ਚੱਲਦਾ ਹੀ ਚੱਲਦਾ ਜੀ। ਉਹਨਾਂ ਦੇ ਅਸੀਂ ਧੰਨਵਾਦੀ ਹਾਂ, ਪ੍ਰਬੰਧਕਾਂ ਦੇ ਧੰਨਵਾਦੀ ਹਾਂ। ਚਰਨਜੀਤ ਜੋਗੀ ਜੀ, ਅੱਜ ਤੁਹਾਡੇ ਨਾਲ ਮੁਲਾਕਾਤ ਹੋਈ, ਤੁਹਾਡੇ ਧੰਨਵਾਦੀ ਹਾਂ। ਕੈਮਰਾਮੈਨ ਸਾਥੀ ਦੇ ਧੰਨਵਾਦੀ ਹਾਂ ਕਿ ਜਿਹੜੇ ਕਿ ਪਰਦੇ ਦੇ ਪਿੱਛੇ ਰਹਿ ਕੇ ਸਾਨੂੰ ਪ੍ਰੋਜੈਕਟ ਕਰ ਦੇਣਗੇ, ਲੇਕਿਨ ਨਾਮ ਉਹਨਾਂ ਦਾ ਨਹੀਂ ਆਉਣਾ ਹੈ। ਵਾਹ। ਤੇ ਲੇਕਿਨ ਕਰਨ ਵਾਲੇ ਉਹ ਹੈ। ਬਿਲਕੁਲ ਜੀ। ਔਰ ਸਾਡੀ ਇਸ ਟੀਮ ਦੇ ਵਿੱਚ ਸਾਡਾ ਮੁੰਡਾ ਰਮਨ ਜਿਹੜਾ ਆ, ਇਹ ਵੀ ਕਮਾਲ ਕਰਦਾ ਹੈ। ਔਰ ਬੜੇ ਅਸੀਂ ਸਾਰਿਆਂ ਦੇ, ਤੁਹਾਡੇ ਵੀ ਔਰ ਸਾਡੇ ਸਾਰਿਆਂ ਦੇ ਬੜੇ ਧੰਨਵਾਦੀ ਹਾਂ। ਦਰਸ਼ਕੋ, ਤੁਹਾਡੇ ਵੀ, ਤੁਸੀਂ ਵੀ ਸਾਡੇ ਨਾਲ ਇਹ ਖੂਬਸੂਰਤ ਸਮਾਂ ਬਿਤਾਇਆ। ਔਰ ਗਿਆਨ ਤੋਂ ਵਿਗਿਆਨ ਤੱਕ ਦਾ ਸਫ਼ਰ, ਹਨੇਰੇ ਤੋਂ ਚਾਨਣ ਤੱਕ ਦਾ ਸਫ਼ਰ, ਇਹ ਡਾਕਟਰ ਜਸਵਿੰਦਰ ਸਿੰਘ ਦੀਆਂ ਹੁਣ ਗੱਲਾਂ ਦੇ ਵਿੱਚ ਅਸੀਂ ਮਾਣਿਆ। ਆਸ ਕਰਦੇ ਹਾਂ ਕਿ ਹੁਣ ਅਸੀਂ ਵਾਪਸ ਹਨੇਰੇ ਵਿੱਚ ਨਹੀਂ ਜਾਵਾਂਗੇ, ਚਾਨਣ ਦੇ ਵਿੱਚ ਰਵਾਂਗੇ। ਚਾਨਣ ਮੁਨਾਰੇ ਬਣ ਕੇ ਘਰ ਦੇ ਵਿੱਚ ਚਾਨਣ ਪੈਦਾ ਕਰਾਂਗੇ। ਇਸੇ ਤਰ੍ਹਾਂ ਤੁਸੀਂ ਲਿਸ਼ਕਦੇ ਰਹੋ, ਚਾਨਣ ਬਣੇ ਰਹੋ। ਬਹੁਤ ਤੁਹਾਡਾ ਧੰਨਵਾਦ।